वाहिगुरु जी का खालसा वाहिगुरु जी की फतेह। धन धन सतगुरु श्री गुरु ग्रंथ साहिब जियां दी पावन हजूरी विच संध्या दे विशेष दीवाना अंदर आप जी जुड़ बैठे हो। सतगुरां दी दया दे नाल ये अवसर प्राप्त होया। आओ इनू सफला बनाइए। गुरु इतिहास दे पावन प्रसंगां चो आप जी ने सरवण कीता। धन धन साहिब श्री गुरु नानक देव जी महाराज उदासियां दे सफर दौरान राजे मदर बहन नूं नाम दी महिमा दरसा करके निमरता दे विच रहण दा ते राजे सुदर सैन दे चरनां ते नमस्कार करन दा हुक्म दे के इथों अगे चले ने। राजे मदर बहन ने अपनी हौमे त्याग के धर्मशाला बनाई। सतसंग विच बहिंदा है, कड़ा प्रशादी देग बनाउंदा है। नेता प्रत परमात्मा दे गुणां दा गायन करदा है। राक्षस तो देवता हो गया। इन्हां सारे प्रकरणां नूं आप जी ने बड़े विस्तार सहित सरवण कीता है। आओ कुछ समा सतगुरां दी सिफत सलाहता दे विच सफला बनाइए। प्रेम दी पाओ सांझ गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। नृपके कहे रहे कछ काला आगे गमने बोहर किरपाला। भाई बाला जी इन्हां पावन प्रसंगां प्रेम दे विच भिज के सुणाउंदे ने। राजे मदर बैन नूं जदों सतगुरां ने उपदेश बख्शिश कीता एक निरंकार दा, एक परमात्मा दा। बेशक राजा सतगुरां अगे बार बार बेनती करदा है, महाराज आप अजे ना जाओ। पर गुरु बाबा जी आखन लगे तेरे वर्गे बड़े सज्जन सानू उड़ीक रहे। इस सफर दौरान लमेरियां पंधां ते असीं जाना है ते सतगुरां दे बचनां नूं राजे ने बखूबी मन्निया कमाया। इथों गुरु बाबा जी वदैगी लेके संगतां तो जदों निकले ने, क्योंकि ये समुद्रां दे टापू ने, उसे तरह संघने जंगल नूं पार कीता है। समुद्र दे किनारे आए ने। गए उलंघ सर्ब सो दिशा सागर पर गवणी जगतीसा। टापू दा सारा देश सतगुरां ने पैदल चल के सर कीता है। फिर समुद्रां दे पानियां ते गुरु बाबा जी चरण चरण चल रहे, कदम कदम। क्योंकि गुरु नानक साहब महाराज दे वास्ते ये कोई अनोखी गल नहीं है। जे किते सफर दे विच कोई जहाज मिल जाता है, शिप मिल जाता, ते पहल करते नहीं उहदे ते सवार होण दी। पर कई बार उस पासे नूं जहाज नहीं चलदे, हवावां दे बहण करके, ते गुरु बाबा जी सत करतार कह के पानियां दे उत्तों दी चल पैंदे आ। अज फिर सागरां दे बहणां ते गुरु नानक जी भाई बाला ते मरदाना दे समेत
ਵਾਹਿਗੁਰੂ ਵਾਹਿਗੁਰੂ ਜਪਦੇ ਤੁਰੇ ਜਾ ਰਹੇ ਹਨ। ਮੈਂ ਪਾਛੇ ਬੋਹਰੋ ਮਰਦਾਨਾ, ਆਸ ਬਿਲਾਸ ਕਰਤ ਬਿਦਨਾਨਾ। ਭਾਈ ਬਾਲਾ ਜੀ ਆਖਣ ਲੱਗੇ ਹੈ ਗੁਰੂ ਅੰਗਦ ਦੇਵ ਸਤਿਗੁਰੂ, ਗੁਰੂ ਨਾਨਕ ਸਾਹਿਬ ਮਹਾਰਾਜ ਮੇਰੇ ਤੋਂ ਅੱਗੇ ਅੱਗੇ ਮੈਂ ਦੂਜੇ ਨੰਬਰ ਤੇ ਆ, ਤੇ ਮੇਰੇ ਤੋਂ ਬਾਅਦ ਭਾਈ ਮਰਦਾਨਾ ਜੀ। ਅੱਜ ਸੁਭਾਵਿਕ ਕਹਿੰਦੇ ਰੱਬ ਦੀਆਂ ਗੱਲਾਂ ਨਹੀਂ, ਅੱਜ ਹਾਸ ਵਿਲਾਸ ਚੱਲਦਾ, ਹੱਸਣ ਖੇਡਣ ਦੀਆਂ ਗੱਲਾਂ। ਸਤਿਗੁਰ ਜੀ ਮਖੌਲ ਕਰਦੇ ਨੇ ਭਾਈ ਮਰਦਾਨਾ ਜੀ ਨੂੰ, ਕਹਿੰਦੇ ਮਰਦਾਨਿਆ ਹੁਣ ਕਈ ਦਿਨ ਰਹਿ ਕੇ ਤੂੰ ਚੰਗਾ ਚੋਖਾ ਛੱਡ ਲਿਆ, ਤੇ ਹੁਣ ਇਹਨਾਂ ਆਪਾਂ ਨੂੰ ਸਫ਼ਰ ਵੀ ਕਰਨਾ ਚਾਹੀਦਾ। ਇਹ ਤਾਂ ਨਹੀਂ ਨਾ ਵੀ ਖਾਧਾ ਪੀਤਾ ਸੌਂ ਗਏ ਦਲਿਦਰੀ ਹੋ ਜਾਂਦੇ। ਚੱਲ ਮਰਦਾਨਿਆ ਵੇਖਦੇ ਆ ਕਿੰਨਾ ਕੁ ਤੁਰਦਾ ਹੈ, ਕਦੋਂ ਤੱਕ ਤੁਰੇਗਾ। ਤੀਨ ਦਿਵਸੀਏ ਬਚਲਤ ਬਿਤਾਏ, ਪਹੁੰਚਤ ਭਏ ਤਬੈ ਇਕ ਥਾਏ। ਲਗਾਤਾਰ ਚੱਲਦੇ ਚੱਲਦੇ ਸਤਿਗੁਰਾਂ ਨੇ 3 ਦਿਨ ਤੇ 3 ਰਾਤਾਂ ਇਦਾਂ ਹੀ ਬਤੀਤ ਕੀਤੀਆਂ। ਕਿਤੇ ਕੋਈ ਟਾਪੂ ਛੋਟਾ ਆ ਜਾਂਦਾ ਹੈ, ਆਰਾਮ ਕਰ ਲੈਂਦੇ ਆ, ਵਰਨਾ ਫਿਰ ਚੱਲ ਪੈਂਦੇ ਆ। ਤੀਜੀ ਸਵੇਰ ਹੋ ਗਈ, ਭਾਈ ਮਰਦਾਨਾ ਜੀ ਫੇਰ ਸੋਚਦੇ ਆ ਵੀ ਚੰਗਾ ਭੋਜਨ ਛਕੀਦਾ ਉਹਨਾਂ ਦੁੱਗਣਾ ਹੀ ਗੁਰੂ ਪਾਤਸ਼ਾਹ ਮੈਨੂੰ ਭੁੱਖਾ ਮਾਰ ਦਿੰਦੇ। ਕਦੇ ਖੁਸ਼ੀਆਂ ਕਦੇ ਗਮ। ਜਦੋਂ 3 ਦਿਨ ਬਤੀਤ ਹੋ ਗਏ, ਅੰਤਾਂ ਦੀ ਭੁੱਖ ਲੱਗੀ ਹੈ, ਆਸੇ ਪਾਸੇ ਸਾਗਰ ਦਾ ਪਾਣੀ ਖਾ ਰਿਹਾ, ਪਾਣੀ ਵੀ ਨਹੀਂ ਮਿਲਦਾ। ਭਾਈ ਮਰਦਾਨਾ ਜੀ ਹੌਲੀ ਹੌਲੀ ਸਲੋ ਹੋ ਗਏ, ਬਿਲਕੁਲ ਹੀ ਰੁਕ ਗਏ। ਗੁਰੂ ਬਾਬਾ ਜੀ ਨੇ ਪਿੱਛੇ ਮੁੜ ਕੇ ਵੇਖਿਆ, ਕਹਿੰਦੇ ਮਰਦਾਨਿਆ ਰੁਕਿਆ ਕਿਉਂ ਹੈ? ਕਹਿੰਦਾ ਮਰਦ ਥੱਕ ਗਿਆ। 3 ਦਿਨ ਹੋ ਗਏ ਚੱਲਦਿਆਂ ਨੂੰ, ਸਫ਼ਰ ਮੁੱਕਣ ਵਿੱਚ ਆਉਂਦਾ ਨਹੀਂ। ਲੋਹਰ ਟਾਪੂ ਤੋ ਵਿਸਾਲ ਸੋ, ਬੋ ਪਰਵਤ ਜਿਹ ਮਾਹੀ। ਨਗਰ ਦੇਵ ਗੰਧਰ ਵੱਡ, ਰਾਖਸ਼ ਵਸੈ ਤਹਾਏ। ਇਹਨੇ ਨੂੰ ਸਤਿਗੁਰਾਂ ਨੇ ਉੱਚੀ ਆਵਾਜ਼ ਵਿੱਚ ਆਖਿਆ, ਕਹਿੰਦੇ ਮਰਦਾਨਿਆ ਚਿੰਤਾ ਨਾ ਕਰ, ਸਾਹਮਣੇ ਕੋਈ ਟਾਪੂ ਆ ਗਿਆ, ਕੋਈ ਧਰਤੀ ਦਾ ਟੁਕੜਾ ਏ, ਮਨ ਭਾਉਂਦਾ ਆਰਾਮ ਕਰਾਂਗੇ, ਮौज ਕਰੀ, ਕਿਸੇ ਨੇ ਜਗਾਉਣਾ ਨਹੀਂ, ਜਿੰਨਾ ਮਰਜ਼ੀ ਸੌਂ ਜਾਈ। ਪਰ ਸਤਿਗੁਰ ਕਹਿੰਦੇ ਇਹ ਨਗਰ ਵਿੱਚ, ਇਸ ਸ਼ਹਿਰ ਵਿੱਚ, ਇਸ ਟਾਪੂ ਦੇ ਵਿੱਚ ਮਨੁੱਖ ਨਹੀਂ ਵਸਦੇ। ਕਹਿੰਦੇ ਬਾਬਾ ਫਿਰ ਕੌਣ ਰਹਿੰਦੇ? ਦੇਵਤੇ? ਮਰਦ ਕਹਿੰਦੇ ਨਹੀਂ, ਹੈ ਤੇ ਦੇਵਤਿਆਂ ਦੇ ਨਾਮ ਤੇ ਹੈ, ਪਰ ਵਸਦੇ ਰਾਖਸ਼ੀ ਨੇ। ਆਖੋ ਸਤਿਨਾਮ। ਇਹ ਰਾਖਸ਼ ਕੌਣ ਨੇ? ਸੂਖਸ਼ਮ ਸ੍ਰਿਸ਼ਟੀ ਨਾਮ, ਜੋ ਸਾਡੀਆਂ ਅੱਖਾਂ ਨਾਲ ਸਾਨੂੰ ਨਜ਼ਰ ਨਹੀਂ ਆਉਂਦੀਆਂ। ਲੱਖਾਂ ਧਰਤੀਆਂ ਤੇ, ਆਕਾਸ਼ਾਂ ਤੇ, ਗ੍ਰਹਿਾਂ ਤੇ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਉਸ ਪਰਮਾਤਮਾ ਨੇ ਜੀਵ ਬਣਾਏ ਹੋਏ ਆ, ਜੋ ਇਨਵਿਜ਼ੀਬਲ ਨੇ, ਸਾਨੂੰ ਨਜ਼ਰ ਨਹੀਂ ਆਉਂਦੇ, ਪਰ ਵਸ ਰਹੇ ਨੇ। ਸਾਇੰਸ ਕੁਝ ਮੰਨੇ ਨਾ ਮੰਨੇ, ਪਰ ਉਹਨਾਂ ਪਰਗ੍ਰਹੀਆਂ ਨੂੰ ਸਾਇੰਸ ਵੀ ਇੱਕ ਦਿਨ ਏਲੀਅਨ ਕਹਿ ਕੇ ਬੁਲਾਉਂਦੀ, ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ, ਜਿਨ੍ਹਾਂ ਨੂੰ ਕਦੇ ਇਹਨਾਂ ਅੱਖਾਂ ਨਾਲ ਵੇਖਿਆ ਨਹੀਂ। ਪਰ ਅੱਜ ਦਾ ਵਿਗਿਆਨ ਭੰਬਲ ਭੂਸੇ ਵਿੱਚ ਇਹ ਵੀ ਆਖਦਾ ਏ ਵੀ ਮਨੁੱਖ ਤੋਂ ਬਿਨਾਂ ਵੀ ਕੋਈ ਹੋਰ ਹੈ। ਗੁਰਬਾਣੀ ਤੇ ਬੜੀ ਦੇਰ ਦੀ ਆਖੀ, ਉਹ ਤੇ ਪ੍ਰਮਾਤਮਾ ਸ੍ਰਿਸ਼ਟੀ ਦਾ ਮਾਲਕ ਹੈ। ਭੂਤ ਪ੍ਰੇਤ ਜਿੰਨ ਬੈਤਾਲ ਰਾਖਸ਼ ਪਤਾ ਨਹੀਂ ਉਹਨੇ ਕੀ ਕੀ ਸਾਜੇ, ਉਹ ਅਲੱਗ ਗੱਲ ਹੈ, ਸਾਡੀ ਉੱਥੇ ਤੱਕ ਪਹੁੰਚ ਨਹੀਂ, ਅਸੀਂ ਉਹਨੇ ਜੋਗੇ ਨਹੀਂ ਆ। ਸਤਿਗੁਰ ਕਹਿੰਦੇ ਮਰਦਾਨਿਆ ਇਸ ਟਾਪੂ ਤੇ ਪਹਾੜ ਹੀ ਪਹਾੜ ਨੇ, ਉੱਚੇ ਨੀਵੇਂ ਪਰਬਤ ਨੇ। ਜਾ ਪਰਬਤਾਂ ਵਿੱਚ ਜੰਗਲ ਹਨ, ਪਰ ਮਨੁੱਖਾਂ ਦੀ ਵਸੋਂ ਨਹੀਂ ਹੈ, ਕਿਉਂਕਿ ਭੂਤ ਪ੍ਰੇਤ ਜਿੰਨ ਬੈਤਾਲ ਅਕਸਰ ਉੱਥੇ ਵਸਦੇ ਨੇ ਜਿੱਥੇ ਮਨੁੱਖ ਨਾ ਹੋਣ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਕਹਿੰਦੇ ਅੱਧੀ ਕੁ ਭੁੱਖ ਮਰ ਗਈ, ਥਕਾਵਟ ਵੀ ਲੱਥ ਗਈ, ਵੀ ਇੱਥੇ ਆਰਾਮ ਕਰਨ ਨਾਲੋਂ ਜੇ ਪਾਤਸ਼ਾਹ ਇੱਕ ਦਿਨ ਅੱਗੇ ਚੱਲ ਪਾਂਗੇ। ਸੁਭਾਵਿਕ ਹੈ, ਮਨ ਦਾ ਬਹੁਤ ਵੱਡਾ ਯੋਗਦਾਨ ਹੈ। ਜੇ ਮਨ ਮੰਨ ਲਏ ਤੇ ਬਜ਼ੁਰਗ ਨਹੀਂ ਹੈ, ਜੇ ਮਨ ਮੰਨ ਲਏ ਤੇ ਜਵਾਨ ਹੀ ਨਹੀਂ ਰਹਿੰਦਾ। ਉਹਨੂੰ ਲੱਗਦਾ ਮੈਂ ਬੁਢਾਪਾ, ਮੇਰਾ ਸਰੀਰ ਰੋਗੀ ਹੋ ਗਿਆ, ਮੈਂ ਤੁਰਿਆ ਫਿਰਿਆ ਨਹੀਂ ਜਾਂਦਾ, ਮੇਰੇ 'ਚ ਸਮਰੱਥਾ ਨਹੀਂ। ਤੇ ਜਿਹਦਾ ਮਨ ਜਵਾਨ ਹੈ ਉਹ 80 ਸਾਲਾਂ 'ਚ ਵੀ ਦੌੜਿਆ ਫਿਰਦਾ, ਉਹ ਕਹਿੰਦਾ ਮੈਨੂੰ ਬਿਮਾਰੀ ਕੋਈ ਨਹੀਂ, ਮੈਂ ਤੰਦਰੁਸਤ ਹਾਂ। ਤੇ ਮਨ ਦੀਆਂ ਗੱਲਾਂ
ਮਨ ਚਾਹੇ ਪਲਾਂ 'ਚ ਭੁੱਖ ਮਿਟਾ ਦੇ, ਮਨ ਚਾਹੇ ਰੱਜੇ ਨੂੰ ਖਾਣ ਲਾ ਦੇ। ਧਰਤੀ ਦੇ ਮਨ ਦੀ ਆ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਭਾਈ ਮਰਦਾਨਾ ਥੋੜੇ ਜਿਹੇ ਚੁੱਪ ਹੋ ਗਏ। ਮਹਾਰਾਜ ਕਹਿੰਦੇ ਭਾਈ ਵੱਡੇ ਵੱਡੇ ਪਹਾੜ ਤੇ ਵੱਡੇ ਵੱਡੇ ਰਾਖਸ਼ ਰਹਿੰਦੇ, ਤੇ ਜਿੱਥੇ ਰਾਖਸ਼ ਰਹਿੰਦੇ ਉੱਥੇ ਆਪਾਂ ਜਾਣਾ ਕੀ ਕਰਨਾ। ਮਾਨੀ ਮਨ ਸੋਚਦੇ ਭਾਈ ਬਾਲਾ ਜੀ ਕਹਿੰਦੇ ਮੇਰੇ ਵੱਲ ਮਰਦਾਨਾ ਵੇਖਦਾ ਏ, ਮੈਂ ਉਹਨੂੰ ਵੇਖ ਕੇ ਉੱਚੀ ਉੱਚੀ ਹੱਸੇ। ਮੈਂ ਕਿਹਾ ਪਾਤਸ਼ਾਹ ਜਿਹੜਾ ਟਾਪੂ ਨੇੜੇ ਆਵੇ ਆਪਾਂ ਉੱਥੇ ਹੀ ਆਰਾਮ ਕਰਾਂਗੇ। ਸੋ ਪਈ ਇੱਕ ਗੈਰ ਨਿਕਟ ਥਾਨ ਰਵਨੀਕਾ, ਬੈਠੀ ਤੈ ਬੀਦੀ ਕੁਲ ਟੀਕਾ। ਇਹਨੇ ਨੂੰ ਸਮੁੰਦਰ ਦਾ ਕਿਨਾਰਾ ਇੱਕ ਟਾਪੂ ਦੇ ਕੋਲੇ ਆ ਗਿਆ, ਵਿੱਚ ਰੇਤਾ ਹੀ ਰੇਤਾ ਬੜੀ ਦੂਰ ਤੱਕ ਹੈ। ਨਾ ਕੋਈ ਜਹਾਜ਼, ਨਾ ਕੋਈ ਸ਼ਿਪ, ਨਾ ਕਿਸੇ ਮਨੁੱਖ ਦਾ ਅਵਸ਼ੇਸ਼ ਮਿਲਦਾ ਵੀ ਕਦੇ ਕੋਈ ਬੰਦਾ ਇੱਧਰ ਨੂੰ ਆਇਆ ਹੋ। ਮਤਲਬ ਇਹ ਪਹਿਲੇ ਦਿਨ ਤੋਂ ਡੇਂਜਰਸ ਹਾਊਂਟਡ ਸੀ। ਬੜੇ ਟਾਪੂ ਅੱਜ ਵੀ ਆਇਰਲੈਂਡ ਐਸੇ ਨੇ ਜਿੱਥੇ ਅਜੇ ਤੱਕ ਮਨੁੱਖਾਂ ਦੀ ਪਹੁੰਚ ਨਹੀਂ ਹੈ। ਬੜੇ ਇੱਕ ਇੱਕ ਕੰਟਰੀ ਕੋਲ ਪਤਾ ਨਹੀਂ ਕਿੰਨੇ ਕਿੰਨੇ ਆਇਰਲੈਂਡ ਨੇ, ਕਿੰਨੇ ਕੁ ਟਾਪੂ ਨੇ। ਸਾਡੇ ਭਾਰਤ ਕੋਲ ਕਿੰਨੇ ਟਾਪੂ ਨੇ, ਮਾਊਂਟ ਆਬੂ ਤੋਂ ਲੈ ਕੇ ਪਤਾ ਨਹੀਂ ਕਿਹੜੇ ਕਿਹੜੇ। ਕਿਹਦਾ ਕਿਹਦਾ ਜ਼ਿਕਰ ਕਰੀਏ, ਅੰਡੇਮਾਨ ਨਿਕੋਬਾਰ ਤੇ ਛੋਟੇ ਵੱਡੇ ਬਹੁਤ ਨੇ, ਹਰ ਕੰਟਰੀ ਕੋਲ ਹੁੰਦੇ ਆ। ਹੁਣ ਗੁਰੂ ਬਾਬਾ ਦੀ ਉਹਨਾਂ ਟਾਪੂਆਂ ਤੇ ਵਿਚਰ ਰਹੇ। ਸਤਿਗੁਰ ਜੀ ਕਹਿੰਦੇ ਇੱਕ ਟਾਪੂ ਤੇ ਆਏ, ਆਇਰਲੈਂਡ ਤੇ ਆਏ, ਉਤਰ ਗਏ। ਸੰਘਣਾ ਜੰਗਲ ਸੀ, ਜੰਗਲ ਤੋਂ ਚੱਲਦੇ ਚੱਲਦੇ ਕਹਿੰਦੇ ਉੱਚੀਆਂ ਨੀਵੀਆਂ ਘਾਟੀਆਂ ਤੋਂ ਲੰਘਦੇ ਇੱਕ ਵੱਡੇ ਪਰਬਤ ਦੇ ਕੋਲ ਬੈਠ ਗਏ, ਪਹਾੜ ਕੋਲੇ। ਹੁਣ ਇਸ ਟਾਪੂ ਉੱਤੇ ਕੇਵਲ ਪੱਥਰ ਨੇ, ਪਹਾੜ ਹਨ। ਅੱਜ ਵੀ ਬੜੇ ਆਬਾਦ ਤੇ ਬੇਆਬਾਦ ਇਦਾਂ ਦੇ ਟਾਪੂ ਹੋਣਗੇ ਜਿੱਥੇ ਬੰਦਿਆਂ ਦੀ ਪਹੁੰਚ ਨਹੀਂ ਹੁੰਦੀ, ਸਿਰਫ ਪੱਥਰ, ਰੁੱਖ, ਜਾਂ ਫਿਰ ਖਾਰਾ ਪਾਣੀ, ਜਾਂ ਫਿਰ ਨਾਰੀਅਲ, ਹੋਰ ਕੁਛ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਚਿੰਤਾ ਨਾ ਕਰ, ਕਰਤਾਰ ਆਪਣੇ ਨਾਲ ਹੈ। ਕਹਿੰਦੇ ਰੇਤ ਤੋਂ ਚੱਲਦੇ ਚੱਲਦੇ ਇੱਕ ਪਹਾੜ ਦੇ ਕੋਲ ਬਹਿ ਗਏ। ਹੁਣ ਇਸ ਪਹਾੜ ਤੇ ਬੈਠੇ ਨੇ, ਸਾਹਮਣੇ ਇੱਕ ਪਰਬਤ ਹੋਰ ਨਜ਼ਰ ਆਉਂਦਾ ਹੈ, ਉਹ ਤੋਂ ਵੀ ਉੱਚਾ ਵੱਡਾ। ਬੈਠ ਕੇ ਆਰਾਮ ਕੀਤਾ, ਥੱਕੇ ਹੋਏ ਸੀ। ਕੁਝ ਸਮਾਂ ਸਤਿਗੁਰਾਂ ਇੱਥੇ ਬਤੀਤ ਕੀਤਾ। ਕਹਿੰਦੇ ਨਾ ਭਾਈ ਬਾਲਾ ਜੀ ਆਖਦੇ ਮੈਂ ਬੋਲਿਆ, ਨਾ ਭਾਈ ਮਰਦਾਨਾ ਜੀ ਬੋਲੇ, ਨਾ ਗੁਰੂ ਨਾਨਕ ਸਾਹਿਬ ਮਹਾਰਾਜ। ਇੱਕ ਦੋ ਘੰਟੇ ਆਰਾਮ ਕਰਨ ਤੋਂ ਬਾਅਦ ਫਿਰ ਉੱਠ ਕੇ ਬੈਠ ਗਏ। ਦੋਏ ਮੁਹੂਰਤ ਬੀਤੇ ਜਬ ਹੀ, ਬੋਲਿਓ ਮਰਦਾਨਾ ਬਚ ਤਬ ਹੀ। ਜਦੋਂ 2 ਘੜੀਆਂ ਬਤੀਤ ਹੋਈਆਂ ਨਾ ਬੈਠਣ ਤੋਂ ਬਾਅਦ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਣ ਲੱਗੇ ਭਾਈ ਮਰਦਾਨਾ ਜੀ, ਕਹਿੰਦੇ ਬਾਬਾ। ਸਤਿਗੁਰਾਂ ਫਿਰ ਨਜ਼ਰ ਭਰ ਕੇ ਵੇਖਿਆ ਵੀ ਇਹ ਕੁਛ ਮੰਗੂਗਾ, ਸੋਚ ਸਮਝ ਕੇ ਬੋਲੇ ਆ। ਗੁਰੂ ਸਾਹਿਬ ਕਹਿੰਦੇ ਹਾਂ ਮਰਦਾਨੇ ਦੱਸ ਭਾਈ ਕੰਮ ਹੈ ਕੋਈ। ਕਹਿੰਦੇ ਪਾਤਸ਼ਾਹ ਇੱਕ ਬੇਨਤੀ ਹੈ, ਇੱਕ ਮੰਗ ਹੈ, ਉਹ ਪੂਰੀ ਕਰ ਦਿਓ। ਪਰਬਤ ਬੋ ਇਸ ਟਾਪੂ ਮਾਹੀ, ਬਸੈ ਨਗਰ ਕੇਂਦੋ ਹੈ ਨਾਹੀ। ਇੱਕ ਗੱਲ ਦੱਸੋ ਵੀ ਇਸ ਟਾਪੂ ਤੇ ਕੇਵਲ ਪਹਾੜ ਨੇ, ਪਰਬਤ ਨੇ, ਮੈਨੂੰ ਲੱਗਦਾ ਇੱਥੇ ਕੋਈ ਸ਼ਹਿਰ ਨਹੀਂ ਵਸਦਾ। ਜੇ ਤੇ ਕੋਈ ਸ਼ਹਿਰ ਵਸਦਾ ਹੈ ਮੇਰੀ ਗੱਲ ਮੰਨੋ, ਮੈਨੂੰ ਸ਼ਹਿਰ ਬਾਰੇ ਦੱਸੋ। ਸਿੱਧੀ ਗੱਲ ਆ ਵੀ ਜਿੱਥੇ ਸ਼ਹਿਰ ਵਸਦਾ ਤੇ ਫਿਰ ਖਾ ਪੀ ਕੇ ਆਈਏ ਕੁਛ। ਜੇ ਨਹੀਂ ਵਸਦਾ ਫਿਰ ਆਪਾਂ ਇੱਥੇ ਤੁਰਦੇ ਬਣਦੇ, ਇੱਥੇ ਕੀ ਕੰਮ ਆਪਣਾ। ਕਹਿਣਾ ਇਹ ਸੀ ਪਾਤਸ਼ਾਹ, ਜੇ ਤੇ ਨਾ ਪਰਬਤਾਂ ਤੋਂ ਪਾਰ ਕੋਈ ਨਗਰ ਵਸਦਾ ਹੈ, ਕੋਈ ਰਾਜਾ ਵਸਦਾ ਹੈ, ਕੋਈ ਸ਼ਹਿਰ ਵਸਦਾ ਹੈ, ਮੈਨੂੰ ਜ਼ਰੂਰ ਦੱਸ ਦਿਓ। ਇਹ ਸਥਾਨ ਭਿਆਨਕ ਦੇਖਾ, ਜੈ ਕੈ ਇਹ ਉਜਾਰ ਵਸੇਖਾ। ਸਤਿਗੁਰ ਕਹਿੰਦੇ ਮਰਦਾਨਿਆ ਤੈਨੂੰ ਕੀ ਲੱਗਦਾ ਹੈ? ਕਹਿੰਦਾ ਬਾਬਾ ਮੈਨੂੰ ਲੱਗਦਾ ਇੱਥੇ ਉਜਾੜ ਤੋਂ ਬਿਨਾਂ ਕੁਝ ਹੈ ਹੀ ਨਹੀਂ। ਜਿੱਧਰ ਵੇਖੋ ਉਜਾੜ ਹੀ ਉਜਾੜ, ਸ਼ਾਂਤੀ ਸ਼ਾਂਤੀ, ਕੁਝ ਵੀ ਹੈ ਨਹੀਂ। ਵੱਡੇ ਵੱਡੇ ਪਹਾੜ ਨੇ, ਪਰਬਤ ਨੇ, ਏਦਾਂ ਲੱਗਦਾ ਜਿਵੇਂ ਸਾਰਾ ਕੁਝ ਸੁੰਨਸਾਨੀ ਹੋਵੇ। ਨਾ ਇੱਥੇ ਚਿੜੀਆਂ ਦੇ ਚਹਿਕੇ ਨੇ, ਨਾ ਇੱਥੇ ਬਾਂਦਰਾਂ ਦੀਆਂ ਟਪੂਸੀਆਂ ਨੇ, ਨਾ ਕੋਈ ਜੰਗਲੀ ਜਾਨਵਰਾਂ ਦੀ ਦੌੜ ਹੈ। ਕਿਤੇ ਸੱਪਾਂ ਦੀ ਆਵਾਜ਼ ਵੀ ਨਹੀਂ ਸੁਣਦੀ। ਵੀ ਇੰਨਾ ਪੀਸਫੁਲੀ, ਇੰਨਾ ਸ਼ਾਂਤ ਮਾਹੌਲ। ਜੇ ਸਮੁੰਦਰ ਦੇ ਕਿਨਾਰੇ ਜਾਂਦੇ ਆ ਤੇ ਪਾਣੀ ਦੀਆਂ ਛੱਲਾਂ ਸੁਣਦੀਆਂ, ਵਰਨਾ ਕੁਛ ਵੀ ਨਹੀਂ। ਮਰਦ ਮੇਰੇ ਹਿਸਾਬ ਨਾਲ ਤੇ ਇੱਥੇ ਉਜਾੜ ਹੈ, ਕੋਈ ਵਸਦਾ ਨਹੀਂ। ਸ੍ਰੀ ਗੁਰ ਭਨੈ ਜਿਉ ਜੋ ਤੀਰਾ, ਨਗਰ
ਨਗਰ ਵਿਖੇ ਨਿਤ ਕਰਤਵ ਸੇਰਾ। ਸਤਿਗੁਰ ਕਹਿੰਦੇ ਮਰਦਾਨਿਆ ਤੂੰ ਭਾਵੇਂ ਜੰਗਲਾਂ 'ਚ ਬੈਠਾ, ਤੇਰਾ ਮਨ ਤੇ ਹਮੇਸ਼ਾ ਸ਼ਹਿਰ 'ਚ ਹੀ ਰਹਿੰਦਾ। ਤੇਰਾ ਨਾ ਚਿੱਤ ਲੱਗਿਆ ਕਦੇ ਜੰਗਲਾਂ ਦੇ ਵਿੱਚ। ਤੂੰ ਪਿੰਡ ਹੋਵੇਂ, ਬਾਜ਼ਾਰ ਹੋਵੇਂ, ਸ਼ਹਿਰ ਹੋਵੇਂ, ਮਹਿਲਾਂ ਵਿੱਚ ਹੋਵੇਂ ਭਾਵੇਂ ਜੰਗਲਾਂ 'ਚ, ਤੈਨੂੰ ਬਾਜ਼ਾਰ ਘੁੰਮਣ ਦਾ ਚਾਅ ਬੜਾ। ਆਖੋ ਸਤਿਨਾਮ। ਸੁਣ ਕੇ ਭਾਈ ਮਰਦਾਨਾ ਜੀ ਮੁਸਕਰਾ ਪਏ ਵੀ ਚਲੋ ਗੱਲ ਤੇ ਆਪਣੀ ਸੱਚੀ ਹੋਈ ਹੈ ਜੋ ਗੁਰੂ ਸਾਹਿਬ ਕਹਿੰਦੇ। ਮਰਦ ਕਹਿੰਦੇ ਮਰਦਾਨਿਆ ਤੇਰਾ ਜੀ ਨਹੀਂ ਲੱਗਦਾ, ਤੂੰ ਟੇਕੇ ਨਹੀਂ ਬਹਿ ਸਕਦਾ। ਸੁਭਾਵਿਕ ਗੱਲ ਹੈ ਜੀ, ਤੁਰਨ ਫਿਰਨ ਵਾਲਾ ਵਿਅਕਤੀ ਘਰੇ ਬਹਿ ਦੇ ਨਾ ਉਹਨੂੰ ਜੇਲ੍ਹ ਲੱਗਣ ਲੱਗ ਜਾਂਦਾ। ਬੈਠਿਆ ਨਹੀਂ ਜਾਂਦਾ। ਘਰ ਸਾਨੂੰ ਜਿੰਨਾ ਮਰਜ਼ੀ ਪਿਆਰਾ ਏ, ਸਾਨੂੰ 2 ਦਿਨ ਕੋਈ ਘਰੇ ਤਾਲਾ ਲਾ ਦੇ ਮਰਨ ਵਾਲੇ ਹੋ ਜਾਣਗੇ। ਹਰੇਕ ਕਹਿੰਦਾ ਮੇਰਾ ਘਰ ਸੁਪਨਿਆਂ ਦਾ ਘਰ ਹੈ, ਪਰ ਕੋਈ ਵੀ ਇਸ ਘਰ 'ਚ ਸਦਾ ਨਹੀਂ ਰਹਿਣਾ ਚਾਹੁੰਦਾ। ਹਰ ਬੰਦਾ ਕਹਿੰਦਾ ਹੈ 2 ਦਿਨ ਹੋ ਗਏ ਘਰ ਬੈਠੇ ਨੂੰ, ਯਾਰ ਅੱਜ ਘੁੰਮਣ ਨੂੰ ਜੀ ਕਰਦਾ, ਕਿਤੇ ਬਾਜ਼ਾਰ ਗੇੜਾ ਮਾਰਿਆ। ਘਰ ਵੀ ਨਰਕ ਬਣ ਜਾਂਦਾ ਜੇ ਨਿਕਲੇ ਨਾ। ਸਤਿਗੁਰ ਹੱਸ ਕੇ ਕਹਿੰਦੇ ਆ ਇੱਕ ਰਮਜ ਦੇ ਵਿੱਚ ਮਰਦਾਨਿਆ ਤੇਰਾ ਕਿਤੇ ਚੇਤੇ ਨਹੀਂ ਲੱਗਦਾ। ਬਾਜ਼ਾਰਾਂ ਦੇ ਵਿੱਚ ਤੂੰ ਨਹੀਂ ਰੁਕਦਾ। ਬਾਜ਼ਾਰ ਗਿਆ ਤੇ ਕਹਿੰਦਾ ਬਾਬਾ ਕਿਤੇ ਬੈਠਦੇ ਆ ਸ਼ਾਂਤੀ 'ਚ ਬਹਿ ਜੋ। ਆਖਦਾ ਬਾਬਾ ਕਿਤੇ ਬਾਜ਼ਾਰ ਚੱਲਦੇ ਆ, ਸ਼ਹਿਰ ਚੱਲਦੇ ਆ। ਮਰਦ ਕਹਿੰਦੀ ਇਹਨੂੰ ਅੱਚ ਵੀ ਲੱਗੀ ਰਹਿੰਦੀ ਹੈ, ਇਹ ਟਿਕਾਇਆ ਟਿਕਦਾ ਨਹੀਂ। ਹੋਰ ਕੋ ਬੂਝੈ ਜਾਵੇ ਜਹੀਵਾ, ਤੂਸਨ ਕਰਨੇ ਬੈਸੀ ਕਹੀਮਾ। ਮਰਦਾਨਿਆ ਤੈਨੂੰ ਅਸੀਂ ਕਦੇ ਚੁੱਪ ਕਰਕੇ ਬੈਠਿਆ ਨਹੀਂ ਵੇਖਿਆ। ਜਿੱਥੇ ਵੀ ਜਾਈਏ ਤੇਰੇ ਕੋਈ ਸਵਾਲ ਹੁੰਦਾ, ਬਾਬਾ ਜੀ ਕਿਰਪਾ ਕਰਕੇ ਦੱਸੋ ਕੋਈ ਸ਼ਹਿਰ ਪਿੰਡ ਨੇੜੇ ਹੈ? ਗੁਰੂ ਸਾਹਿਬ ਕਹਿੰਦੇ ਅੱਕ ਗਏ ਤੇਰੇ ਤੋਂ। ਤੂੰ ਕਦੇ ਨਹੀਂ ਆਖਿਆ ਵੀ ਬਾਬਾ ਜੀ ਚੌਂਕੜਾ ਲਾ ਕੇ ਬੰਦਗੀ ਕਰੀਏ, ਕਰਤਾਰ ਨੂੰ ਚੇਤੇ ਕਰੀਏ। ਮਰਦਾਨਿਆ ਜਿੱਥੇ ਵੀ ਜਾਈਏ ਤੇਰੇ ਕੋਲ ਆਹੀ ਲਾਂਭੇ ਹੁੰਦੇ ਆ, ਬਾਬਾ ਪਿੰਡ ਕਿੰਨੀ ਕੁ ਦੂਰ ਆਊਗਾ, ਸ਼ਹਿਰ ਕਿੰਨੀ ਕੁ ਦੂਰ ਹੈ, ਇੱਥੇ ਕੁਝ ਖਾਣ ਨੂੰ ਮਿਲ ਜੂ, ਤੁਹਾਨੂੰ ਤੇ ਭੁੱਖ ਨਹੀਂ ਲੱਗਦੀ। ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਤੇਰੀਆਂ ਇਹ ਸ਼ਿਕਾਇਤਾਂ ਸੁਣ ਕੇ ਹੈਰਾਨ ਹਾਂ ਅਸੀਂ। ਤੇਰਾ ਮਨ ਕਿਤੇ ਵੀ ਨਹੀਂ ਟਿਕਦਾ। ਜੇ ਕਿਤੇ ਰੁਕ ਜਾਈਏ ਪਟਨਾ ਸਾਹਿਬ ਰੋਕੇ ਬਿਸ਼ੰਬਰਪੁਰ, ਭਾਈ ਮਰਦਾਨਾ ਕਹਿੰਦਾ ਮਰ ਜੇ 1 ਮਹੀਨਾ ਹੋ ਗਿਆ ਆਪਾਂ ਘੁੰਮਣ ਆਏ ਆ, ਰਹਿਣ ਥੋੜੀ ਆਏ। ਉੱਥੋਂ ਚੱਲ ਪਏ ਸੁਦਰ ਸੈਨ ਕੋਲੇ ਆ ਕੇ 15 ਦਿਨ ਰੋਕੇ, ਕਹਿੰਦਾ ਬਾਬਾ ਜੀ ਅੱਕ ਗਏ ਆਪਾਂ ਅੱਗੇ ਚੱਲਦੇ ਹਾਂ। ਮਤਲਬ ਬੈਨ ਕੋਲ ਰੁਕੇ, ਕਹਿੰਦਾ ਮਰ ਜਾ ਆਪਣਾ ਹੋਰ ਬਹੁਤ ਲੰਬਾ ਪੰਧ ਪਿਆ, ਆਪਾਂ ਇੱਥੇ ਕੀ ਕਰਨਾ। ਸਤਿਗੁਰ ਕਹਿੰਦੀ ਮਰਦਾਨਿਆ ਕਿਤੇ ਤੈਨੂੰ ਟਿਕਾ ਤੇ ਹੋਣਾ ਚਾਹੀਦਾ ਨਾ, ਤੂੰ ਕਿਤੇ ਵੀ ਟਿਕ ਕੇ ਬੈਠਦਾ ਨਹੀਂ। ਸ੍ਰੀ ਪ੍ਰਭ ਮੁਝ ਕੋ ਸ਼ੁਦਾ ਬਿਸਲਾ, ਬਿਨ ਆਹਾਰ ਤੇ ਭਇਓ ਬੇਹੱਲਾ। ਥੋੜਾ ਜਿਹਾ ਸਤਿਗੁਰਾਂ ਨੇ ਪਿਆਰ 'ਚ ਝਿੜਕਤਾ ਭਾਈ ਮਰਦਾਨਾ। ਅੱਗੋਂ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਇਹ ਸ਼੍ਰੀ ਪਰਮੇਸ਼ਵਰ ਨਾਰਾਇਣ ਪਰਮਾਤਮਾ, ਮੇਰਾ ਗਰੀਬ ਦਾ ਕਸੂਰ ਕੀ ਹੈ? ਮੈਨੂੰ ਤੇ ਭੁੱਖ ਨੇ ਦੁਖੀ ਕੀਤਾ ਹੋਇਆ। ਆਖੋ ਸਤਿਨਾਮ। ਮੇਰਾ ਕਿਹੜਾ ਜੀ ਕਰਦਾ ਕਿਤੇ ਜਾ। ਬਾਬਾ ਭੁੱਖ ਨੇ ਅੰਤਾਂ ਦਾ ਤੰਗ ਕੀਤਾ ਹੋਇਆ। ਕੱਲੀ ਭੁੱਖ ਨਾ ਵੇਖੋ, ਭਾਈ ਮਰਦਾਨਾ ਜੀ ਦਾ ਤਪ ਵੇਖੋ ਕਿੱਡਾ ਵੱਡਾ ਹੈ। 3 ਦਿਨ ਕੁਝ ਨਹੀਂ ਮੰਗਦੇ, ਜਦੋਂ ਤੀਜਾ ਦਿਨ ਟੱਪਦਾ ਫਿਰ ਕਹਿੰਦੇ ਇਹਦਾ ਮਤਲਬ ਗੁਰੂ ਸਾਹਿਬ ਭੋਜਨ ਪਾਣੀ ਤੋਂ ਬੜਾ ਦੂਰ ਰਹਿੰਦੇ ਆ। ਤੇ 3 ਦਿਨ ਆਪਾਂ ਕੱਟ ਲਾਂਗੇ ਜੀ, ਚੌਥੇ ਦਿਨ ਭੋਗ ਪਿਆ ਬਣਾ ਸਤਿਨਾਮ। ਜੇ ਕਿਤੇ ਭੁੱਖੇ ਰਹਿ ਗਏ, 1 ਦਿਨ ਭੁੱਖੇ ਰਹਿ ਜਾਈਏ ਤੇ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੁੰਦਾ ਵੀ ਅੱਜ ਫਲਾਣੇ ਦੇ ਮੁੰਡੇ ਨੇ ਦੁਪਹਿਰੇ ਰੋਟੀ ਨਹੀਂ ਖਾਧੀ, ਅੱਜ ਨਹੀਂ ਖਾਧੀ। ਗੱਲਾਂ 'ਚ ਦੱਸਣਾ ਹੈ ਅੱਜ ਦੁਪਹਿਰੇ ਮੈਂ ਕੁਝ ਨਹੀਂ ਖਾਧਾ, ਅੱਜ ਮੈਂ ਕੁਝ ਖਾ ਕੇ ਨਹੀਂ ਆਇਆ। ਪਤਾ ਨਹੀਂ ਕੀ ਹਿਸਾਬ ਹੈ। ਪਰ ਭਾਈ ਮਰਦਾਨਾ 3 ਦਿਨ ਬਾਅਦ ਬੋਲਦਾ, ਕਹਿੰਦਾ ਪਾਤਸ਼ਾਹ ਮੇਰਾ ਕਿਹੜਾ ਜੀ ਕਰਦਾ ਤੁਹਾਨੂੰ ਬਾਰ-ਬਾਰ ਕਹਿਣ, ਪਰ ਮੈਂ ਬੇਵੱਸ ਹਾਂ। ਭੁੱਖ ਦਾ ਦੁੱਖ ਮੇਰੇ ਤੋਂ ਜਰਿਆ ਜਾਂਦਾ ਨਹੀਂ। 3 ਦਿਵਸ ਬਿਨ ਅਸਨ ਬਿਤਾਏ, ਅਬ ਬੂਝੇ ਮੈਂ ਏਠਾਂ ਆਏ। ਪਰ ਪਾਤਸ਼ਾਹ ਤੁਸੀਂ ਮੈਨੂੰ ਕਹਿ ਦਿੰਦੇ ਹੋ ਮਰਦਾਨਿਆ ਤੂੰ ਹਰ ਥਾਂ ਰੋਟੀ ਭੋਜਨ ਕਰਦਾ ਹੈ। ਥੋੜਾ ਜਿਹਾ ਗੁੱਸੇ 'ਚ ਆ ਗਿਆ। ਕਹਿੰਦਾ ਬਾਬਾ ਇਹ ਦੱਸੋ ਪਹਿਲਾਂ ਵੀ 3 ਦਿਨ ਤੋਂ ਪਹਿਲਾਂ ਮੈਂ ਬੋਲਿਆ ਕਦੇ? 3 ਦਿਨ ਬਾਅਦ ਜਦੋਂ ਮੇਰੀ ਵਾਹ ਲੱਗ ਗਈ ਤੁਸੀਂ ਫਿਰ ਮੇਰੇ ਵੱਲ ਨਹੀਂ ਵੇਖਦੇ, ਮੈਂ ਫਿਰ ਭੁੱਖਾ ਮਰਨਾ ਤੁਹਾਡੇ ਨਾਲ। ਮਤਲਬ ਇਹ ਕੀ ਹੈ? ਪਿਆਰ ਤੇ ਬਹੁਤ ਹੈ, ਹਲਕੀ ਜੀ ਲੋਕ ਜੋ ਗਏ। ਪਾਤਸ਼ਾਹ ਜੇ ਤੇ ਮੈਂ 3 ਦਿਨਾਂ ਤੋਂ ਪਹਿਲਾਂ ਕਿਤੇ ਬੋਲਿਆ ਹੋਵਾਂ ਜਾਂ ਮੈਂ ਘੁੰਮਣ ਵਾਸਤੇ ਕਿਹਾ ਹੋਵੇ ਤੁਸੀਂ ਮੈਨੂੰ ਤਾਂ ਆਖੋ। ਮੈਂ ਬੋਲਦਾ ਉਦੋਂ ਆ ਜਦੋਂ ਮੈਂ ਬੇਵੱਸ ਹੋ ਜਾਣਾ। ਤੁਹਾਡੇ ਤੋਂ ਨਹੀਂ ਮੰਗੂ ਤੇ ਮੰਗੂਗੀ ਦੇ ਤੋਂ। ਆਖੋ ਸਤਿਨਾਮ। ਤੁਸੀਂ ਨਾਲ ਹੋ, ਤੁਸੀਂ ਮੇਰੇ ਹੋ। ਜੇ ਮੈਨੂੰ ਤੁਹਾਡੇ ਤੋਂ ਮੰਗਣ ਦਾ ਅਧਿਕਾਰ ਨਹੀਂ ਤੇ ਤਾਂ ਦੱਸ ਦਿਓ। ਥੋੜੀ ਜਿਹੀ ਸੁਭਾਅ ਕਰਕੇ ਖਿੱਚ ਗਈ ਭਾਈ। ਕਹਿੰਦੇ ਪਾਤਸ਼ਾਹ
हर बार तुसी कह देंदे हो मर्दानी नूं भुख लगदी, बाबा भुख जे तुसां लाई तां लगी है। लै ये भी बलेम गुरु ते आखो सतनाम आपां नहीं भी तुहानूं भुख लगी कदे नहीं ते मैनूं लगदी है, मेरा की कसूर है इहदे च? मैं कदों तक हठ करां, कदों तक इनू कंट्रोल करा? पातशाह तुहानू मर्दाना पसंद नहीं ते पिंड छड्ड दिओ। आही डरब है, घरां च भी यही हुंदा है। किते कह के वेखियो भी रोटी अज ठंडी है, कहदी चलियां पेके आखो सतनाम। अगला कहता रहण दे ठंडी खा लांगे भाई, जे तू चल गई ते पिछों ढाबे वाले भी ऑनलाइन बुक नहीं करते, रोज रोज हाथी सड़दे आ, ये हिसाब हुंदा। ते भाई मर्दाना दाबा जा मार दिंदा, कहंदा महाराज जे तुहानू लगदा भी मेरे करके तुहाडी यात्रा खराब है, मैं नहीं जांदा। भाई बाला जी कहंदे मेरा हासा ना रुके। गुरु नानक साहब महाराज ने तो सुभाव की किया सी, रो ते टुट के पै गया, कहंदा बाबा मैनू किहड़ा भुख आप लगदी जे तुसी लाई है। आ जिहड़ा बाला बैठा हसदा इहनू किहड़ा लगदी है, तुसी हटाई होई है। बस यही शरीका रहिंदा है भी इहनू भुख नहीं लगदी ते मैनू क्यों लगदी है। मैं बोलदा ही उदों आ जदों मैं बेवस हो जा, मेरा किते जोर नहीं चलदा। साहिब को पै करिए और मैं कहत मुझे तब मन बस पुर में। गुरु नानक साहब महाराज मुस्कुरा के कहते मर्दानिया रब तो डरिया कर, परमेश्वर तो डरिया कर, हर वेले भुखे भुख नहीं पुकारी दी। भाई बाला जी कहते मैं ते मूंह ते कपड़ा ही ले लिया भी जे दा ध्यान मेरे वाले पासे आ गया, क्योंकि हासा ते बंद नहीं होंदा, ओदी हालत बेहाल होई पई है। ये जान बुझ के गुरु नानक साहब महाराज ने भाई मर्दाने नूं खजाया है। चोर है इत्थे गुरु साहब, चोजी नहीं हो, चोजी गो। कहंदा बाबा तुहानू मेरी भुख तो भी दुख लगन लग गया, मैं ही हां घर बाहर छड्ड के तुहाडे नाल तुरिया फिरदा, नहीं मेरे वर्गे होर भी बथेरे आ उत्थे। गुरु साहब कहते अच्छा, कहंदा महाराज आ ते मैं तुहाडे नाल आ गया, 1 2 3 कन्नां नूं लगे हथ, अपना नगर ही चंगा है, घर ही चंगा है, तुहाडा किहड़ा कोई टिकाणा है। चंगे भले राजियां दे महल छड्ड के जंगलां 'च बह जाओ, आप भुख नहीं लगदी, मैनू भुखे मार दिओ। कहूँ कहूँ हो पाए आहारा, हठ कर फिरो तुमार संघारा। अज ते जी अखां जो हजू आ गए, किथे किथे मैनू की होया, परिवार चेते आ गया ना। मैं पत्ते खा के गुजारा कीता, मैं भुखिया रह के गुजारा कीता, पानी पी पी के तुहाडे नाल तुरदा रहा। सच्चे पातशाह किहड़े वेले मैं हठ करके नहीं तुरिया तुहाडे नाल। एक परिवार च भी वाद घाट हुंदी है, किहड़े वेले नहीं तुरिया। भुखिया नूं तुसीं तोरी रखदे ते मैं तुरिया रहना, जे मैं बोल के कहता ते गुनहगार हो गया। मेरी भुख मेरे लिए गुनाह है, तुहाडे लिए गुनाह है। पातशाह मैं तुहाडे नाल हुण एक पल नहीं रह सकदा, आखो सतनाम। जा फिर नहीं रह सकदा, पर जाण दा जी नहीं करदा। अगे भी आया सी भज के कौडे राखे, कहंदा पातशाह औखा है मेरा, कदों तक मैं जिद करूंगा भुखे रहण दी। हालत वेखो मेरे शरीर दी, तुहाडी सेहत ते फर्क कोई नहीं, ते मेरियां आंदरां निकलियां पईयां, हड्डियां निकलियां पईयां, कमजोरा जिहा हो गया। मैनू लोग वेख के साधु नहीं कहंदे, परदेसी ओ दसदे ने, आखो सतनाम, क्योंकि मिलदा ही कुछ नहीं खाण नूं। की मिलिया? आ बिल्कुल जंगल 'च बैठे, ना शहर ना पिंड, ना रोटी ना भोजन। 24 घंटियां 'च एक बार भोजन मिल जे मैं तां भी ना बोलां। 3 दिन तुसीं चुप करके वाहिगुरू वाहिगुरू करदे तुरी जाने हो, चौथे दिन जे मैं बोलदा ते तुहानूं चुभदा, चंगा नहीं लगदा। पातशाह इत्थे ते भुख आइयो लगूगी। कहंदा महाराज अखां भरियां होईयां, ਇਹ ਤੋਂ ਵੱਧ ਹੱਠ ਮੇਰੇ ਤੋਂ ਹੁਣ ਹੋਣਾ ਨਹੀਂ। दोहरा तरकत हो मैं को अबे, कैसे हुए निमाहे, सुदा संग बेहबल पयो, आप हसी नित प्राहे। ਤੁਹਾਡੇ ਤੇ ਰੋਜ਼ ਦੇ ਹਾਸੇ ਨੇ, ਮੈਂ ਭੁੱਖ ਨਾਲ ਦੁਖੀ ਹੋਇਆ ਪਿਆ, ਬੇਵਲ ਹੋਇਆ ਪਿਆ। ਭੁੱਖੇ ਬੰਦੇ ਨੂੰ ਦਲਾਸਾ ਦੇ ਕੇ ਤੇ ਕੀ ਕਹਿਣਾ, ਰੋਟੀ ਲਿਆ ਦਿੰਦੇ ਆ, ਖਵਾ ਦਿੰਦੇ ਆ, ਤਰਕਾਂ ਮਾਰਦੇ ਹੋਏ।
ਹੱਸਦੇ ਹੋ ਤੂੰ ਖਿੱਚ ਕੇ ਭਾਈ ਮਰਦਾਨਾ ਪਾਤਸ਼ਾਹ ਸੱਚ ਪੁੱਛੋ ਮੈਨੂੰ ਤੁਹਾਡੇ ਹਾਸੇ ਚੰਗੇ ਨਹੀਂ ਲੱਗਦੇ ਕਿਉਂ ਪਿਆਰ ਤੇ ਇੰਨਾ ਸੱਚੀ ਗੱਲ ਹੈ ਭੁੱਖ ਲੱਗੀ ਹੋਵੇ ਨਾ ਜੀ ਸਾਹਮਣੇ ਟੀਵੀ ਪਿਆ ਵੀ ਚੰਗਾ ਨਹੀਂ ਲੱਗਦਾ ਜੀ ਕਰਦਾ ਰਿਮੋਟ ਮਾਰ ਕੇ ਸਕਰੀਨ ਤੋੜ ਦੇ ਕੀ ਚਾਂ ਲੱਗੀ ਤੇ ਵੇਖਿਆ ਨਾ ਲੋਕੀ ਕਿਦਾਂ ਪਰਿਵਾਰ ਨੂੰ ਟੁੱਟ ਕੇ ਪੈਂਦੇ ਰੋਟੀ ਪਿੱਛੇ ਲਾਇਆ ਇੰਨੀ ਦੇਰ ਹੋ ਗਈ ਘੰਟਾ ਹੋ ਗਿਆ ਤੇ ਬਹੁਤ ਦਰਦ ਇੱਕ ਘੰਟੇ ਪਿੱਛੇ ਅਸੀਂ ਕਲਪ ਜਾਂਦੇ ਆ ਕਈ ਵਾਰ ਥਾਲ ਛੱਡ ਕੇ ਭੱਜ ਜਾਈਦਾ ਘਰ ਹੁੰਦੀ ਅਸੀਂ ਖਾਣੀ ਜਾ ਪਰ ਉਹ ਧੰਨ ਹੋਣਾ ਰੱਬ ਦਾ ਪਿਆਰਾ ਜਿਹਨੂੰ 3 ਦਿਨ ਹੋ ਗਏ ਚੌਥਾ ਦਿਨ ਵੀ ਦੁਪਹਿਰਾ ਲੰਘ ਗਿਆ ਉਦੋਂ ਵੀ ਜੇ ਬੋਲਿਆ ਤੇ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਕੀ ਤੂੰ ਚਿੜਚਿੜਦਾਈ ਰੱਖਦਾ ਸਾਰਾ ਦਿਨ ਭੁੱਖ ਲੱਗੀ ਰੋਟੀ ਖਾਣੀ ਹੋਰ ਕਰ ਲੈਂਦੇ ਕੋਲ ਕੋਈ ਚੋਰ ਹੈ ਮਰ ਖਿਲਾਤਾ ਜਾਣ ਕੇ ਕਹਿੰਦਾ ਬਾਬਾ ਜੇ ਚੌਥੇ ਦਿਨ ਵੀ ਨਾ ਮੰਗਾ ਤੇ ਕਰਾਂ ਮੈਂ ਹੋਰ ਕੀ ਹੱਠ ਕਰਕੇ ਮੇਰਾ ਨਿਰਵਾਹ ਨਹੀਂ ਤੁਹਾਡੇ ਨਾਲ ਹੋਣਾ ਲੱਗਦਾ ਆਪਣੀ ਨਹੀਂ ਨਿਭਣੀ ਆਖੋ ਸਤਨਾਮ ਕਹਿਣਾ ਵੀ ਹੈ ਖਹਿਣਾ ਵੀ ਹੈ ਤੇ ਰਹਿਣਾ ਵੀ ਨਾਲ ਹੀ ਹੈ ਰਿਹਾ ਵੀ ਨਹੀਂ ਜਾਂਦਾ ਇੱਕ ਪਲ ਗੁਰੂ ਨਾਨਕ ਸਾਹਿਬ ਤੋਂ ਇਹ ਕੀ ਹੈ ਇਹ ਹੈ ਪ੍ਰੇਮ ਦੀ ਨੋਕ ਝੁਕ ਚੱਲੇ ਤੇ ਮਰਦ ਹੋਰ ਹੱਸ ਪਏ ਕਹਿੰਦਾ ਹੱਸੋ ਗਰੀਬ ਦੀ ਭੁੱਖ ਜੱਗ ਦਾ ਤਮਾਸ਼ਾ ਹੁੰਦਾ ਹੈ ਗਰੀਬ ਕਹਿ ਕੇ ਭਾਈ ਮਰਦਾਨਾ ਬਲੈਕਮੇਲ ਕਰਦਾ ਬਾਬਾ ਤੁਹਾਨੂੰ ਕੀ ਪਤਾ ਹੈ ਕਿਸੇ ਗਰੀਬ ਦੀ ਭੁੱਖ ਉਹਨੂੰ ਕਿਵੇਂ ਸਤਾਉਂਦੀ ਹੈ ਚੌਪਈ ਸ਼੍ਰੀ ਅੰਗਦ ਜੀ ਸੁਣ ਕਿਰਪਾਲਾ ਬਿਗਸਤ ਮੈਂ ਬੋਲਿਓ ਤੇ ਕੱਲ ਇੱਧਰ ਭਾਈ ਬਾਲਾ ਜੀ ਕਥਾ ਸੁਣਾਉਂਦੇ ਆ ਗੁਰੂ ਅੰਗਦ ਦੇ ਮਹਾਰਾਜ ਖਿੜਖੜਾ ਕੇ ਹੱਸਦੇ ਚੋਰ ਕਿੰਨੇ ਪਿਆਰ ਆ ਗਏ ਆ ਐਸਾ ਪ੍ਰੇਮ ਮਿਲੂਗਾ ਕਿਤੇ ਭਾਈ ਮਰਦਾਨਾ ਜੀ ਵਰਗਾ ਮਿੱਤਰ ਇਸ ਮਰਦਾਨੇ ਸਿੱਖ ਵਰਗਾ ਸੱਜਣ ਇਹਦੇ ਵਰਗਾ ਯਾਰ ਤੇ ਇਹਦੇ ਵਰਗਾ ਸੇਵਕ ਦੁਨੀਆ ਦੇ ਕਿਸੇ ਰਹਿਬਰ ਦੇ ਨਾਲ ਤੁਹਾਨੂੰ ਨਹੀਂ ਮਿਲਣਾ ਗੁਰੂ ਨਾਨਕ ਸਾਹਿਬ ਮਹਾਰਾਜ ਕੋਲ ਰੁੱਸ ਕੇ ਦੂਰ ਹੋ ਕੇ ਬਹਿ ਗਿਆ ਭਾਈ ਮਰਦਾਨਾ ਗੁਰੂ ਅੰਗਦ ਦੇਵ ਮਹਾਰਾਜ ਸੁਣ ਕੇ ਮੁਸਕਰਾਈ ਜਾਣ ਕਹਿੰਦੇ ਪਾਤਸ਼ਾਹ ਫਿਰ ਮੇਰਾ ਵੀ ਚਿੱਤ ਕੀਤਾ ਵੀ ਜੇ ਸਤਿਗੁਰ ਹੱਸਦੇ ਤੇ ਯੋਗਦਾਨ ਆਪਾਂ ਵੀ ਪਾ ਦਈਏ ਆਖੋ ਸਤਨਾਮ ਸਾਰੀ ਸੰਗਤ ਹੱਸ ਗਈ ਬਾਬਾ ਬੁੱਢਾ ਜੀ ਭਾਈ ਜੀਵਾ ਜੀ ਕਹਿੰਦੇ ਅੱਛਾ ਮਹਾਂਪੁਰਖੋ ਫਿਰ ਕੀ ਹੋਇਆ ਕਹਿੰਦੇ ਰਿਹਾ ਮੈਥੋਂ ਨਹੀਂ ਗਿਆ ਸੁਭਾਵਕ ਹੈ ਪਿਆਰ ਦੀਆਂ ਖੇਡਾਂ ਇਹ ਕਹਿੰਦੇ ਮੈਂ ਕਿਹਾ ਮਰਦਾਨਿਆ ਭਾਈ ਹੁਣ ਤੇ ਕੰਨ ਪਾ ਦੇ ਤੇਰਾ ਰੋਜ਼ ਦਾ ਇੱਕੋ ਹੀ ਰੌਲਾ ਹੈ ਭੁੱਖ ਲੱਗੀ ਤੂੰ ਕਦੇ ਰੱਜਣਾ ਹੀ ਨਹੀਂ ਮਰਦਾਨਾ ਹੈ ਸਾਚ ਉਚਾਰਤ ਜਨਮ ਸੁਭਾਉ ਸੁਦਾ ਪੁਨਿਆਰਤ ਇੱਧਰ ਤੇ ਭਾਈ ਮਰਦਾਨਾ ਗੁਰੂ ਸਾਹਿਬ ਨਾਲ ਆਟਾ ਲਾਈ ਬੈਠਾ ਸੀ ਖਿਦਿਆ ਹੋਇਆ ਮੈਂ ਕਿਹਾ ਮਰਦ ਇਹਦਾ ਵਿਚਾਰੇ ਦਾ ਕੀ ਕਸੂਰ ਹੈ ਇੱਕ ਵਾਰ ਤੇ ਉਹਨੂੰ ਲੱਗਿਆ ਵੀ ਮੇਰੇ ਹੱਕ 'ਚ ਬੋਲਿਆ ਵੀ ਇਹਦਾ ਕੀ ਕਸੂਰ ਹੈ ਕਹਿੰਦੇ ਜਦੋਂ ਮੈਂ ਅਗਲਾ ਬਚਨ ਆਖਿਆ ਉਹ ਖਿੱਚ ਗਿਆ ਬਸ ਬੋਲ ਪਿਆ ਮੈਂ ਕਿਹਾ ਮਹਾਰਾਜ ਇਹ ਮਰਾਸੀ ਦਾ ਸੁਭਾਈ ਜਨਮ ਤੋਂ ਇਹੋ ਜਾ ਸਤਨਾਮ ਸਬਰ ਨਹੀਂ ਆਉਣਾ ਕਹਿੰਦੇ ਜਦੋਂ ਸੁਣ ਲਿਆ ਮਰਾਸੀ ਉੱਠ ਪਿਆ ਕਹਿੰਦਾ ਤੂੰ ਵੱਡਾ ਜੱਟ ਬਣਿਆ ਜੇ ਬਾਬਾ ਤੇਰੀ ਭੁੱਖ ਹਟਾ ਦੇਣਾ ਇੱਕ ਵਾਰੀ ਜਿਹੜੀ ਤੈਨੂੰ ਲੱਗਦੀ ਲੱਗ ਜੂ ਤੈਨੂੰ ਪਤਾ ਲੱਗਿਆ ਤੂੰ ਗੱਲਾਂ ਕਰਦਾ ਟੀਚਰਾਂ ਕਰਦਾ ਏ ਮੈਂ ਕਿਹਾ ਮਰਦਾਨਿਆ ਮੈਂ ਤੇ ਤੈਨੂੰ ਮਾੜਾ ਕਿਹਾ ਨਹੀਂ ਸੱਚੀ ਗੱਲ ਗੁਰੂ ਸਾਹਿਬ ਨੂੰ ਦੱਸੀ ਆ ਵੀ ਤੇਰਾ ਹਾਲ ਇਹੀ ਰਹਿਣਾ ਹੈ ਰੋਟੀ ਖਾ ਕੇ ਬਾਜ਼ਾਰ 'ਚ ਘੁੰਮਦਾ ਵੀ ਪੁੱਛਦਾ ਹੁੰਦਾ ਵੀ ਕੁਝ ਹੋਰ ਖਾਏਗੀ ਭਾਈ ਮਰਦਾਨੇ ਦੀ ਗੱਲ ਹੀ ਸਾਡਾ ਵੀ ਹਾਲ ਹੈ ਆਪਾਂ ਕਿਤੇ ਬਾਜ਼ਾਰ ਗਏ ਵੀਰ ਚੰਗੇ ਵੱਡੇ ਹੋਟਲ 'ਚ ਵਧੀਆ ਰੋਟੀ ਖਾਧੀ ਹੋਵੇ ਬਾਹਰ ਵੀ ਗਏ ਮਿੱਠਾ ਨਾ ਖਾਧੀ ਕੁਝ ਵੇਖ ਆਈਸਕ੍ਰੀਮ ਵਾਲਾ ਕਿੱਥੇ ਖੜਿਆ ਹੈ ਕਿਹੜੀ ਚੀਜ਼ ਵਾਲਾ ਕਿੱਥੇ ਸੁਭਾਅ ਹੋ ਗਿਆ ਦਿਲ ਕਰਦਾ ਹੈ ਹੁਣ ਭਾਈ ਬਾਲਾ ਜੀ ਸ਼ੱਕ ਦੇ ਕੁਝ ਨਹੀਂ ਇਹ ਵੀ ਤੁਹਾਡੀ ਗੱਲ ਸਪਸ਼ਟ ਹੈ ਪਰਿਵਾਰ 'ਚ ਹੋਊ ਸਾਡੇ ਪਰਿਵਾਰ ਤੋਂ ਕੋਈ ਬਜ਼ੁਰਗ ਰੋਟੀ 1-2 ਟਾਈਮ ਖਾਂਦਾ ਹੋਵੇ ਬਜ਼ੁਰਗ ਮੈਂ ਕਹਿੰਦਾ ਉਹਨੂੰ ਜਵਾਕ ਹੀ ਚੁੱਭੀ ਜਾਂਦੇ ਕਹਿੰਦੇ ਲੈ ਫੇਰ ਲੈ ਆਇਆ ਸਮਾਨ ਕੁਝ ਖਾਣ ਕੋਕ ਦੀ ਬੋਤਲ ਚੱਕੀ ਜਾਂਦਾ ਉਹਨੇ ਰੇਹੜੀ ਵਾਲਾ ਫੇਰ ਖੜਾ ਕਰ ਲਿਆ ਬੋਲੀ ਜਾਣਾ ਉਹਨਾਂ ਨੇ ਕਿਉਂ ਉਹ ਆਪਣੀ ਤਾਂ ਠੀਕ ਨੇ ਉਹ ਕਹਿੰਦੇ ਅਸੀਂ 2 ਟਾਈਮ ਖਾ ਕੇ ਵੀ ਤੀਜੇ ਵੇਲੇ ਨਹੀਂ ਮੰਗਦੇ ਆਹ 3 ਟਾਈਮ ਖਾ ਕੇ ਵੀ ਲੱਗਦੇ ਬੋਲੂ ਬਾਈ ਭਾਈ ਬਾਲਾ ਜੀ ਕਹਿੰਦੇ ਮੈਂ ਤੇ ਐਵੇਂ ਛੇੜਿਆ ਸੀ ਮਰਦਾਨਿਆ ਤੇਰਾ ਮਰਾਸੀਆਂ ਵਾਲਾ ਸੁਭਾਅ ਏ ਮਰਾਸੀਆਂ ਨੂੰ ਸ਼ਗਨ ਜਿੰਨਾ ਮਰਜ਼ੀ ਦੇ ਦਿਓ ਜਾਂਦੇ ਫੇਰ ਕਹਿੰਦੇ ਗੱਲ ਜੀ ਨਹੀਂ ਬਣੀ ਸਰਦਾਰਾ ਤੂੰ ਘੱਟ ਦਿੰਦਾ ਤੇਰਾ ਦਿਲ ਛੋਟਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਮੇਰਾ ਬਚਨ ਸੁਣ ਕੇ ਹੱਸ ਪਏ ਕਹਿੰਦੇ ਬਾਲਿਆ ਗੱਲ ਬਿਲਕੁਲ ਸਹੀ ਕੀਤੀ ਹੈ ਸਹੀ ਵਕਤ ਤੇ ਕੀਤੀ ਹੈ ਬਣੀ ਏਕ ਸੀ ਦੋਨੋਂ ਬਾਤੇ ਹਿਰਦੇ ਧੀਰ ਤਰ ਕੇ ਭਾਤੇ ਦੂਜੀ ਗੱਲ ਫੇਰ ਕਹਿਤੀ ਕਹਿੰਦੇ ਮੈਂ ਜਦੋਂ ਖਿਦਿਆ ਮੈਂ ਕਿਹਾ ਮਰਦ ਇੱਕ ਤੇ ਵਿਚਾਰਾ ਮਰਾਸੀ ਦੂਜਾ ਫਿਰ ਭੁੱਖਾ ਹੁਣ ਮਰਾਸੀ ਤੇ ਭੁੱਖਾ ਇਕੱਠੇ ਹੋ ਜਾਣਾ
ਨੇਰੀਆਂ ਲਿਆ ਦਿੰਦੇ ਆ। ਖੁਦ ਸਤਿਨਾਮ। ਕਿਉਂ ਸੁਣਦੇ ਆ? ਜਿੱਥੇ ਤੁਹਾਡਾ ਕੋਈ ਮਿੱਤਰ ਹੋਊਗਾ ਨਾ, ਉਹਦੀ ਜਾਤੀ ਸੂਚਕ ਸ਼ਬਦ ਬੋਲੋਗੇ, ਗੁੱਸਾ ਹੀ ਨਹੀਂ ਕਰਦਾ। ਤੇ ਬਗਾਨੇ ਨੂੰ ਕਹਿ ਕੇ ਵੇਖਿਓ, ਅਗਲਾ ਕਹਿੰਦਾ ਚਲੋ ਇਹ ਠਾਣੇ ਬੋਲਿਆ। ਪ੍ਰੇਮ ਕਿੰਨਾ ਹੋਊ ਭਾਈ ਮਰਦਾਨਾ ਜੀ ਦਾ। ਵਕਤੀ ਤੌਰ ਤੇ ਖਿੱਚ ਗਏ, ਕਹਿੰਦੇ ਮਰਦੇ ਦਾ ਕਸੂਰ ਕੋਈ ਨਹੀਂ, ਇਹ ਮਿੱਤਰ ਆ ਸਾਡਾ। ਮੈਂ ਵੀ ਕਹਿੰਦਾ ਇੱਕ ਵਿਚਾਰਾ ਮਰਾਸੀ ਹੈ ਤੇ ਦੂਜਾ ਭੁੱਖਾ ਏ, ਦੱਸੋ ਕੀ ਕਰੀਏ? ਰੌਲਾ ਤੇ ਫਿਰ ਪਾਉਣਾ ਹੀ ਆ। ਆਖੋ ਸਤਿਨਾਮ। ਭਾਈ ਮਰਦਾਨੇ ਨੂੰ ਸਮਝ ਨਹੀਂ ਆਉਂਦੀ, ਮੇਰੇ ਹੱਕ 'ਚ ਬੋਲਦਾ ਕਿ ਵਿਰੋਧ 'ਚ ਬੋਲਦਾ। ਕਨਫਿਊਜ਼ ਹੋ ਗਈ ਵੀ ਇਹ ਮਰਾਸੀ ਕਹਿ ਕੇ ਭੰਡੀ ਵੀ ਜਾਂਦਾ ਹੈ, ਇਹ ਵੀ ਕਹੀ ਜਾਂਦਾ ਮਰਦ ਵਿਚਾਰੇ ਨੂੰ ਭੁੱਖ ਲੱਗੀ ਹੈ, ਕਰੋ ਕੋਈ ਉਪਾਅ। ਇਹ ਕੀ ਹੈ? ਡਬਲ ਸ਼ੇਡ ਗੱਲ। ਜਦੋਂ ਇਹ ਗੱਲ ਸੁਣੀ ਭਾਈ ਮਰਦਾਨੇ ਦੀ, ਕਹਿੰਦੇ ਉਹ ਭਾਈ ਮਰਦਾਨਾ ਬਾਲਾ ਜੀ ਦੀ ਸੁਣ ਕੇ ਚੁੱਪ ਹੋ ਕੇ ਥੱਲੇ ਨੂੰ ਕਰਕੇ ਕਹਿੰਦਾ ਜੋ ਮਰਜੀ ਹੋ ਜੇ, ਹੁਣ ਮੈਂ ਨਹੀਂ ਬਾਲੇ ਨੂੰ ਬੋਲਦਾ। ਇਹਦਾ ਕੰਮ ਹੀ ਇਹੀ ਫੜਿਆ ਹੋਇਆ ਹੈ, ਇਹ ਬਲਦੀ ਤੇ ਤੇਲ ਪਾਉਂਦਾ ਏ। ਕਹੈ ਸੁਣੋ ਮਰਦਾਨਾ, ਇਹ ਪੁਰ ਕੋਡੇ ਘੇਰ ਸਮਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੇਖਿਆ ਵੀ ਖਿੱਚ ਗਿਆ, ਭੱਜੂਗਾ ਇੱਥੋਂ। ਸਤਿਗੁਰ ਕਹਿੰਦੇ ਵੇ ਮਰਦਾਨਿਆ, ਤੇਰੇ ਬਿਨਾ ਸਾਡਾ ਕਿੱਥੇ ਦਿਲ ਲੱਗਦਾ? ਕਹਿੰਦਾ ਬਾਬਾ ਹੱਥ ਜੋੜੇ ਬਸ ਕਰ। ਉਹ ਮਿੱਤਰ ਹੈ, ਉਹ ਯਾਰ ਹੈ ਗੁਰੂ ਨਾਨਕ ਪਾਤਸ਼ਾਹ ਦਾ ਪਿਆਰਾ। ਅਸੀਂ ਕਿੱਥੇ ਉਹਨਾਂ ਦੀਆਂ ਰੀਸਾਂ ਕਰ ਸਕਦੇ? ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਕਹਿੰਦੇ ਹੁਣ ਵੇ ਮਰਦਾਨਿਆ ਗੱਲ ਸੁਣ। ਕਿੱਡੀ ਪੱਕੀ ਉਸ ਰੱਬ ਦੀ ਯਾਰੀ ਹੋਈ ਆਪਣੇ ਪਿਆਰੇ ਸੇ। ਕਹਿੰਦੀ ਅਸੀਂ ਪਤਾ ਤੈਨੂੰ ਕਿਉਂ ਨਹੀਂ ਜਾਣ ਦਿੰਦੇ, ਸਾਨੂੰ ਪਤਾ ਤੈਨੂੰ ਭੁੱਖ ਲੱਗੀ ਹੈ। ਕਹਿੰਦੀ ਇਹ ਜਿਹੜਾ ਨਗਰ ਹੈ ਤੇਰੇ ਲਈ ਚੰਗਾ ਨਹੀਂ ਹੈ। ਕਹਿੰਦਾ ਬਾਬਾ ਇਹ ਦੱਸੋ ਵੀ ਮਰਦਾਨੇ ਲਈ ਕਿਹੜਾ ਸ਼ਹਿਰ ਚੰਗਾ ਸੀ? ਆਖੋ ਸਤਿਨਾਮ। ਜਦ ਵੀ ਮੈਂ ਤੁਰਿਆ ਤੁਸੀਂ ਨੰਨਾ ਹੀ ਪਾਇਆ, ਨਹੀਂ ਜਾਣਾ। ਅੱਜ ਵੀ ਉਹੀ ਗੱਲ ਹੈ। ਇੱਥੇ ਜੇ ਕੋਈ ਵਸਦਾ ਨਹੀਂ, ਕੋਈ ਸ਼ਹਿਰ ਨਹੀਂ ਵਸਦਾ, ਕੋਈ ਰਾਜਾ ਨਹੀਂ ਵਸਦਾ, ਕਮ ਸੇ ਕਮ ਮੈਨੂੰ ਜੰਗਲ 'ਚ ਤੇ ਜਾਣ ਦਿੰਦੇ, ਮੈਂ 2 ਫਲ ਤੋੜ ਦੇਵਾਂਗਾ। ਕੋਈ ਬਾਬਾ ਬਹਾਨੇ ਨਾ ਲਾਓ। ਗੁਰੂ ਸਾਹਿਬ ਕਹਿੰਦੇ ਮਰਦਾਨਿਆ, ਭਾਈ ਤੇਰੇ ਨਾਲ ਪਿਆਰ ਹੀ ਇੰਨਾ ਏ, ਤੈਨੂੰ ਖਤਰੇ 'ਚ ਨਹੀਂ ਸੁੱਟ ਸਕਦੇ। ਜੇ ਤੈਨੂੰ ਕੁਝ ਹੋ ਗਿਆ ਸਾਡਾ ਚਿੱਤ ਨਹੀਂ ਲੱਗਣਾ। ਹੁਣ ਭਾਈ ਮਰਦਾਨੇ ਨੂੰ ਸਮਝ ਨਹੀਂ ਆਉਂਦੀ ਵੀ ਹੱਸਾਂ ਕਰੋਆਂ। ਖੁਦ ਸਤਿਨਾਮ। ਗੁਰੂ ਬਾਬਾ ਜੀ ਫਿਕਰ ਕਰਦੇ ਆ ਜਾਂ ਮਖੌਲ ਕਰਦੇ? ਸਿਚੁਏਸ਼ਨ ਐਸੀ। ਮਰਦ ਕਹਿੰਦੇ ਨਹੀਂ ਭੇਜ ਸਕਦੇ। ਇਹ ਨਗਰ, ਇਹ ਸ਼ਹਿਰ, ਇਹ ਇਲਾਕਾ, ਇਹ ਜੰਗਲ ਮਰਦਾਨਿਆ ਤੇਰੇ ਲਈ ਚੰਗਾ ਨਹੀਂ, ਇਹ ਬੜਾ ਭਿਆਨਕ ਹੈ। ਤਪਤ ਕਰਾਹੇ ਮੀਜਨ ਪਾਇਓ, ਸ੍ਰੀ ਕਰਤਾਰ ਹੈ ਤੋਹੇ ਬਚਾਇਓ। ਸਤਿਗੁਰ ਕਹਿੰਦੇ ਰਾਖਸ਼ਾਂ ਦਾ ਨਗਰ ਹੈ ਇਹ। ਜਿਵੇਂ ਪਹਿਲਾਂ ਤੇਰੇ ਨਾਲ ਹੋਇਆ ਸੀ ਨਾ, ਜੱਬਲਪੁਰ ਮੱਧ ਪ੍ਰਦੇਸ਼। ਅੱਜ ਤੱਕ ਕੌਡੇ ਰਾਖਸ਼ ਨੇ ਤੈਨੂੰ ਫੜ ਕੇ ਕੜਾਹੇ ਵਿੱਚ ਸੁੱਟ ਲਿਆ। ਮਰਦ ਕਹਿੰਦੇ ਉੱਥੇ ਤੇ ਤੈਨੂੰ ਰੱਬ ਨੇ ਬਚਾ ਲਿਆ, ਇੱਥੇ ਤੇ ਰੱਬ ਨੇ ਵੀ ਨਹੀਂ ਬਚਾਉਣਾ। ਖੁਦ ਸਤਿਨਾਮ। ਦੇਖੋ ਗੱਲ ਗੁਰੂ ਸਾਹਿਬ ਨੇ ਕਿੱਦਾਂ ਦੀ ਕੀਤੀ ਹੈ। ਜਦੋਂ ਇਹ ਬਚਨ ਸੁਣੇ ਨਾ ਭਾਈ ਮਰਦਾਨੇ ਦੀ ਭੁੱਖ ਆਉ ਗਈ, ਮਾਰ ਵੀ ਉਡਾਈ, ਚਿੰਤਾ ਪੈ ਗਈ ਵੀ ਮੈਂ ਗੁੱਸਾ ਕਰਕੇ ਭੱਜ ਤੇ ਰਿਹਾ, ਜਾਊਂਗਾ ਕਿਹੜੇ ਪਾਸੇ? ਚਾਰੇ ਪਾਸੇ ਸਮੁੰਦਰ ਹੈ, ਜੰਗਲ ਬੀਆਬਾਨ, ਵੱਡੇ ਵੱਡੇ ਪਹਾੜ। ਮਰਦ ਕਹਿੰਦੇ ਉੱਥੇ ਤੇ ਤੈਨੂੰ ਬਚਾਉਣ ਆ ਗਏ ਸੀ, ਇੱਥੇ ਤੇ ਬਲਾਵਾਂ ਉਹ ਤੋਂ ਵੱਡੀਆਂ ਨੇ। ਮਰਦਾਨਿਆ ਇਹ ਇਲਾਕਾ ਉਹਦੇ ਨਾਲੋਂ ਵੀ ਕਿਤੇ ਭਿਆਨਕ ਹੈ। ਅਬ ਪੁਨ ਜਾਵੋ ਨਗਰ ਮਜਾਰੀ, ਸ੍ਰੀ ਪ੍ਰਭ ਕਰੈ ਧੋਰ ਰਖਵਾਰੀ। ਗੁਰੂ ਨਾਨਕ ਸਾਹਿਬ ਮਹਾਰਾਜ ਫੇਰ ਕਹਿੰਦੇ ਚੱਲ ਛੱਡ ਮਰਦਾਨਿਆ, ਤੂੰ ਯਾਰ ਹੈ ਸਾਡਾ, ਮਿੱਤਰ ਹੈ ਸਾਡਾ, ਪਿਆਰਾ ਬਚਪਨ ਦਾ। ਜੇ ਤੇਰੇ ਨਾਲ ਅੱਜ ਨਾ ਖੜੇ ਤੇ ਕਦੋਂ ਖੜਾਂਗੇ? ਨਾਲੇ ਪਹਿਲਾਂ ਕਹਿ ਗਏ ਵੀ ਰਾਖਸ਼ਾਂ ਦਾ ਨਗਰ। ਕਹਿੰਦੇ ਜਾ ਤੂੰ ਵੇਖਦਿਆਂ ਤੈਨੂੰ ਕਿਹੜਾ ਰਾਖਸ਼ ਹੱਥ ਲਾਉਂਦਾ। ਕੋਈ ਸਤਿਨਾਮ। ਜੇ ਤੈਨੂੰ ਕਿਸੇ ਨੇ ਫੜ ਲਿਆ ਮੈਂ ਛਡਾਉਣ ਆਊਂ। ਗੁਰੂ ਨਾਨਕ ਸਾਹਿਬ ਮਹਾਰਾਜ ਜਾ, ਜ਼ਰੂਰਤ ਹੈ ਤੈਨੂੰ ਕੋਈ ਹੱਥ ਪਾ ਦੇ। ਭਾਈ ਬਾਲਾ ਜੀ ਕਹਿੰਦੇ ਮੈਂ ਵੀ ਕਹਿਤਾ ਮਰਦਾਨਿਆ ਜਾ, ਖੁੱਲੀ ਛੁੱਟੀ ਹੈ, ਰਾਜੇ ਦੇ ਘਰੇ ਜਾ, ਮਹਿਲਾਂ 'ਚ ਜਾ, ਬਾਜ਼ਾਰ 'ਚ ਜਾ, ਜੰਗਲਾਂ 'ਚ ਜਾ, ਤੇਰਾ ਜਿੱਥੇ ਜੀ ਕਰਦਾ ਤੈਨੂੰ ਆਪਸ਼ਨ ਮਿਲ ਗਈ ਵੀ ਗੁਰੂ ਸਾਹਿਬ ਛਡਾ ਲੈਣਗੇ, ਵਾਅਦਾ ਕਰਦੇ ਆ ਤੇਰੇ ਨਾਲ। ਮਰਦ ਕਹਿੰਦੇ ਮਰਦਾਨਿਆ ਤੂੰ ਰੋਜ਼ ਸਾਨੂੰ ਕਹਿਣਾ ਭੁੱਖ ਲੱਗੀ, ਸਾਨੂੰ ਵੀ ਦੁੱਖ ਲੱਗਦਾ ਏ, ਜਾ ਰੱਜ ਕੇ ਆ, ਜੇ ਤੇਰੇ ਤੇ ਕੋਈ ਵਿਪਤ ਆਈ ਆ ਸਾਨੂੰ ਆਵਾਜ਼ ਮਾਰਦੀ, ਉਸੇ ਪਲ ਚੱਲ ਕੇ ਆਵਾਂਗੇ। ਮਰਦਾਨਾ ਕਹਿ ਜਰੋ ਸੁਨਗਰਾ, ਕਬੇ ਨ ਜਾਮੋ ਤੇ ਕੀ ਡਗਰਾ। ਪਹਿਲੀ ਤੇ ਭਾਈ ਮਰਦਾਨੇ ਨੂੰ ਗੱਲ ਇਹ ਨਹੀਂ ਸਮਝ ਆਉਂਦੀ ਵੀ ਬਾਬਾ ਪਹਿਲਾਂ ਮਜ਼ਾਕ ਕਰਦੇ ਸੀ ਕਿ ਹੁਣ ਕਰਦੇ ਆ। ਜਦੋਂ ਕਹਿੰਦੇ ਤੈਨੂੰ ਰੋਜ਼ ਹੀ ਭੁੱਖ ਲੱਗੀ ਆ, ਉਹ ਮਖੌਲ ਸੀ, ਜਾਂ ਹੁਣ ਮਖੌਲ ਆ ਵੀ ਰਾਖਸ਼ਾਂ ਨੂੰ ਨਗਰ ਜਾਇਆ?
सुन के भाई बाला जी कहते मरदानिया वेख ला मौका है, हो सकता 3-4 दिन भुखिया फिर लंघ जान फिर फाका लग जी। कहता अग लगे बाले यहो जिहा शहर यहो जिहा नगर मैं नहीं जाता। सतगुर कहते नहीं मरदानिया जाना चाहिए। देख जे तेरा दाना पानी इत्थे खिलारिया करते ने होऊ ते तेनू चुगना पैना। कहता अग लगे जंगल नूं, अग लगे शहर नूं, अग लगे देश नूं, बाबा भुख मंजूर आखो सतनाम। गुरु साहब बड़ा हसे, बड़ा मुस्कुरायो, कैसा समाउना जो रब आप हसदा। भाई बाला जी कहते मैं भी आख्या मरदानिया मौके साधुआं दे बचनां दे बार बार नहीं मिलदे, जा तुर जा छक लै कुछ। कहता मैनू पता तू मैनू मराउण दी खड़े आखो सतनाम। हर गल हुंदी मेरे से, पर कहते महाराज मैं कदे गुस्सा ही नहीं सी कीता भाई मरदाने दा। भाई बाला जी दसदे आ ते लिख भी रहे आ गुरु अंगद दे पातशाह कहते सानू पता सी भी ओ जिहड़ी भुख लगदी आ गुरु नानक साहब दी माया है। भाई मरदाना ते एक रब्बी रूप है जिहदी रबाब तो बगैर कदे बाबा जी ने शब्द नहीं उचारेगा। वो कोई छोटी मोटी गल है, किड्डी वड्डी खुदाई होणगे भाई मरदाना। जद भी गुरु नानक पातशाह रब्बी बाणी गाउंदे सी कि सजणों से राग दी सुरतान होता सी, फिर वो अपना नहीं जंत बद गया। मर्द कहते जाया मरदानिया तैनू राक्षां ने की कहना भाई ते मत्थे टेकणगे। भाई बाला कहता तू चले आ जा, मान ला गुरु दा बचन जे सतगुरां ने हुण बचन वापस ले लिया मरदानिया तैनू कुछ नहीं मिलना। कहता बालिया तू चुप रह, मैनू पता है तू मेरे तो दुखी बड़ा है। क्यों हूँ बच्चे तबे जम प्राणा, अब रह के कर है को खाना। कहता बादशाह अगे शुक्र है मसा प्राण बचे नहीं जमा तुसी बचा लिया पहला ते मेरी मत नहीं मारी हुई। भुख मैनू जरूर लगी हुई है पर इन्नी क समझ मैनू है भी खतरा किथे आ ते किथे नहीं। सतगुर कहते मरदानिया बड़ा सियाना हो गया है यार, नाले कहते भुख मत मार दिंदी है, भुख च समझ कुछ नहीं आउंदा। कहता बाबा मत नहीं मारी सब कुछ पता है। भाई बाला चाहुंदा ही नहीं मैं नाल रहा खुद सतनाम। गल घमा के लेके आउंदी भी ये खराब करदा है, ये मखौल करदा है। सतगुर कहते नहीं करदा, मखौल नहीं करदे तेरे नाल। सच्ची तैनू भुख लगी तू चले आ जा, जे तैनू किसी ने कुछ कहा बस नाम लेके साडा आवाज मारदी उसे पल छड़ा लांगे। ते कहंदा बाबा जदों पता भी फड़ लैणगे मतलब तुहाडा बचन ते सिद्धा ना भी छड़ा लांगे, मतलब की है भी वो फड़नगे जरूर आखो सतनाम। जदों मेरा दिल कहंदा भी तुसी छड़ाओगे वो फड़नगे ते फिर मैं कमला जिहड़ा उत्थे जाऊंगा। कोई बंदा तुहानू आखे भी जे तू उत्थे जाएगा तेन रोक लैणगे मतलब उन्हें तुहानू इंटीमेशन देता पहला भी रोकिया जाना, पुछणगे तैनू खतरा है ते वो तुहाडी मर्जी है जाना जां नहीं जाना की डिसाइड करोगे। कहंदा बाबा तुसी ते गल घुमा फिरा के सिद्धी कर दी भी उन्हां फड़ना ही फड़ना है तुसी आके छुड़ाउणा है। हुण कै बिगस कहो गुरु पूरन, जानो इस पुर विखे जरूर। गुरु नानक साहब महाराज अपनी थां तो उठे हस पे हसदे हसदे भाई मरदाने दे मोढे ते हत्थ मार के सच्चे पातशाह कहते ना ना मरदानिया असीं तैनूं मराउण वास्ते थोड़ी आए आ, ਅਸੀਂ ਕਹਿੰਦੇ ਆ ਵੀ ਤੇਰਾ ਇਸ ਪਿੰਡ ਨਗਰ ਸ਼ਹਿਰ ਦੇ ਵਿੱਚ ਜਾਣਾ ਵੀ ਜ਼ਰੂਰੀ ਹੈ, ਤੇਰੇ ਬਿਨਾ ਇਸ ਨਗਰ ਦੇ ਭਾਗ ਨਹੀਂ ਜਾਗਣੇ ਆਖੋ ਸਤਨਾਮ। ਮਰਦਾਨਾ ਕਹਿੰਦਾ ਬਾਬਾ ਰਹਿਮ ਕਰੋ ਤਰਸ ਕਰੋ ਮੈਨੂੰ ਨਾਮ ਭੇਜੋ। ਮਰਦ ਕਹਿੰਦੀ ਭੁੱਖ ਬਹੁਤ ਹੋਣੀ, ਕਹਿੰਦੇ ਨਾ ਜੀ ਹੁਣ ਨਹੀਂ ਹੈ, ਬਿਲਕੁਲ ਭੁੱਖ ਨਹੀਂ ਹੈ, ਬਸ ਮੈਂ ਤੁਹਾਡੀ ਕਿਰਪਾ ਦੇ ਨਾਲ ਆ ਟਾਪੂ ਛੱਡਣ ਤੱਕ ਕੁਛ ਨਹੀਂ ਮੰਗਦਾ ਆਖੋ ਸਤਨਾਮ। ਭਾਵੇਂ 2 ਦਿਨ ਰੁਕ ਜਾਓ 1 ਦਿਨ ਰੁਕ ਜਾਓ ਪਰ ਮੈਨੂੰ ਨਗਰ ਵਿੱਚ ਜੰਗਲ ਵਿੱਚ ਜਾਣ ਵਾਸਤੇ ਨਾ ਆਖੋ। ਜੇ ਵਸਦੇ ਰਾਖਸ਼ ਨੇ ਇੱਥੇ ਵਸਦੇ ਬੁਰੇ ਲੋਕ ਨੇ ਆਪਾਂ ਕਰਨ ਕੀ ਜਾਣਾ ਏ। ਬਿਨਾ ਗਏ ਤੇ ਸਰਨ ਕਾਜੋ, ਜਾਂ ਤੇ ਚੱਲ ਜਾਵੋ ਤੁਮ ਆਜੋ। ਪਰ ਕਮਾਲ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਹੱਥ ਜੋੜ ਕੇ ਕਹਿੰਦੇ ਮਰਦਾਨਿਆ ਤੈਨੂੰ ਜਾਣਾ ਪੈਣਾ, ਤੇਰੇ ਗਏ ਬਿਨਾ ਕੰਮ ਨਹੀਂ ਸਰਨਾ। ਕਹਿੰਦਾ ਬਾਬਾ ਮੈਂ ਹੱਥ ਜੋੜਦਾ ਤੁਸੀਂ ਨਾ ਜੋੜੋ, ਮੈਂ ਨਹੀਂ ਜਾਣਾ, ਮੈਨੂੰ ਕੋਈ ਭੁੱਖ ਨਹੀਂ, ਮੈਨੂੰ ਕੋਈ ਦੁੱਖ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਐਵੇਂ ਤੂੰ ਹੀਲਾ ਭੇ ਦਿੰਦਾ ਸੀ ਬਾਬਾ, ਮੇਰਾ ਚਿੱਤ ਕਰਦਾ ਜਾਣ ਨੂੰ, ਮੈਨੂੰ ਭੁੱਖ ਲੱਗੀ ਤੇ ਤੁਸੀਂ ਰੋਕ ਲੈਂਦੇ ਹੋ, ਖਿੱਚਦੇ ਹੋ, ਤਰਕ ਕਰਦੇ ਹੋ।
ਸਾਹਿਬ ਕਹਿੰਦੇ ਵੇਖ ਅਸੀਂ ਤੇ ਤੇਰਾ ਮਾਣ ਕਰਦੇ ਆ ਮਰਦਾਨਿਆ, ਤੂੰ ਪਿਆਰਾ ਸਾਨੂੰ, ਤੇ ਅਸੀਂ ਤੇਰੀ ਭੁੱਖ ਕਿਵੇਂ ਬਰਦਾਸ਼ਤ ਕਰਦੇ ਆ, ਤੇਰਾ ਦੁੱਖ ਕਿਵੇਂ ਬਰਦਾਸ਼ਤ ਕਰੀਏ। ਸਾਡਾ ਤੇ ਚਿੱਤ ਕਰਦਾ ਤੂੰ ਚਲਿਆ ਜਾ, ਹੋ ਸਕਦਾ ਭਾਈ ਬਾਲੇ ਨੂੰ ਨਾਲ ਲੈ। ਉਹ ਕਹਿੰਦਾ ਬਾਬਾ ਮੈਂ ਨਹੀਂ ਜਾਣਾ ਇਹਦੇ ਨਾਲ, ਭੁੱਖੇ ਨੂੰ ਲੱਗੀ ਮੈਨੂੰ ਨਹੀਂ ਲੱਗੀ। ਪਰ ਭਾਈ ਮਰਦਾਨੇ ਨੂੰ ਸਮਝ ਨਹੀਂ ਆਉਂਦੀ ਵੀ ਹੋ ਕੀ ਰਿਹਾ। ਸੱਚੇ ਪਾਤਸ਼ਾਹ ਮੈਨੂੰ ਬਾਰ-ਬਾਰ ਕਿਉਂ ਕਹਿੰਦੇ ਨੇ ਤੇਰਾ ਨਗਰ ਵਿੱਚ ਜਾਣਾ ਜ਼ਰੂਰੀ ਹੈ। ਰੱਬ ਸੁਣ ਮੇਰੇ ਬਚਨ ਸਭੋ, ਰਾਖਸ਼ ਢਿਗ ਤੇ ਮੁਝੇ ਹਨਾਵੋ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ 2-3 ਵਾਰ ਬਾਰ-ਬਾਰ ਕਿਹਾ ਵੀ ਤੇਰਾ ਜਾਣਾ ਜ਼ਰੂਰੀ, ਤੇਰਾ ਜਾਣਾ ਜ਼ਰੂਰੀ, ਭਾਈ ਬਾਲਾ ਜੀ ਕਹਿੰਦੇ ਬਸ ਲੜ ਪਿਆ ਗੁਰੂ ਸਾਹਿਬ ਨਾਲ ਉੱਠ ਕੇ। ਬੰਦਾ ਕਹਿੰਦਾ ਬਾਬਾ ਮੈਨੂੰ ਪਤਾ ਹੈ ਤੁਸੀਂ ਨਹੀਂ ਚਾਹੁੰਦੇ ਮੈਂ ਤੁਹਾਡੇ ਨਾਲ ਰਵਾਂ, ਤੁਸੀਂ ਚਾਹੁੰਦੇ ਹੋ ਮੇਰਾ ਭੋਗ ਪੈ ਜੇ ਮੈਂ ਮਰ ਜਾ। ਘਰੇ ਜਾ ਕੇ ਦੱਸੋ ਵੀ ਮਰਦਾਨਾ ਮਰ ਗਿਆ। ਸਤਨਾਮ। ਮੈਂ ਨਹੀਂ ਜਾਣਾ ਕਿਸੇ ਸ਼ਹਿਰ 'ਚ, ਮੈਂ ਨਹੀਂ ਜਾਣਾ ਕਿਸੇ ਨਗਰ 'ਚ। ਮੈਨੂੰ ਪਤਾ ਹੈ ਬਾਲਾ ਚਲਾਕੀਆਂ ਖੇਡਦਾ ਹੈ, ਇਹ ਕਿਸੇ ਬਹਾਨੇ ਮੈਨੂੰ ਭੇਜਣਾ ਚਾਹੁੰਦਾ ਏ। ਕਿਉਂ ਹੋ ਗਿਆ? ਇੱਕ ਤੇ ਭੁੱਖ ਦਾ ਦੁੱਖ ਹੈ, ਦੂਜਾ ਸਮਝ ਹੀ ਨਹੀਂ ਆਉਂਦਾ ਵੀ ਜਿਹੜੇ ਗੁਰੂ ਸਾਹਿਬ ਮੈਨੂੰ ਕਦੇ ਕੁਝ ਕਹਿੰਦੇ ਨਹੀਂ ਸੀ, ਅੱਜ ਹੱਸ ਕੇ ਕਹਿੰਦੇ ਮਰਦਾਨਿਆ ਚੱਲ ਤੂੰ ਭਾਈ ਜਾਇਆ, ਫਿਰ ਅਸੀਂ ਇੱਥੇ ਬਹਿਨੇ ਆ। ਕਹਿੰਦਾ ਬਸ ਸਾਜ਼ਿਸ਼ ਹੈ ਤੁਹਾਡੀ, ਤੁਸੀਂ ਰਲ ਕੇ ਮੇਰੇ ਨਾਲ ਖੇਡ ਰਹੇ ਹੋ, ਪਰ ਮੇਰੀ ਵੀ ਜਿੱਦ ਪੱਕੀ, ਮੈਂ ਪੱਕਾ ਮਰਾਸੀ ਆ। ਭੇਜ ਕੇ ਵੇਖੋ ਤੇ ਮੈਂ ਨਹੀਂ ਜਾਂਦਾ। ਸਤਨਾਮ। ਹਾਂ ਬਾਲਾ ਸਹੀ ਕਹਿੰਦਾ, ਮੈਂ ਜਾਤ ਦਾ ਮਰਾਸੀ ਆ, ਮੈਂ ਨਹੀਂ ਜਾਂਦਾ। ਕਹਿੰਦੇ ਗੁਰੂ ਬਾਬਾ ਜੀ ਨਾਲ ਉਸੇ ਜਾ ਗਿਆ। ਉਹ ਬੋਲੇ ਅੱਗੋਂ ਮਹਾਰਾਜ, ਕਹਿੰਦਾ ਮੈਂ ਨਹੀਂ ਜਾਂਦਾ, ਤੁਸੀਂ ਭੇਜ ਕੇ ਵਿਖਾਓ। ਸੱਚੇ ਪਾਤਸ਼ਾਹ ਦਾ ਹਾਸਾ ਵੀ ਆਵੇ, ਤਰਸ ਵੀ ਆਵੇ ਵੀ ਵਿਚਾਰਾ ਭੁੱਖਾ ਵੀ ਹੈ ਤੇ ਗੁੱਸੇ ਵਿੱਚ ਵੀ ਹੈ। ਜੈ ਕਰ ਭੋ ਪਾਵੈ ਸੁਖ ਮਾਹੀ, ਇਹ ਬਿਦ ਬਚਨ ਹੋਏ ਤਬ ਨਾਹੀ। ਗੁਰੂ ਨਾਨਕ ਸਾਹਿਬ ਮਹਾਰਾਜ ਚੁੱਪਚਾਪ ਕੋਲ ਬੈਠ ਕੇ ਕਹਿੰਦੇ ਚੰਗਾ ਭਾਈ ਫਿਰ ਮੌਜ ਹੈ, ਹੁਣ ਨਹੀਂ ਕਹਿੰਦੇ ਮਰੀ ਜਾ ਭੁੱਖਾ। ਹੁਣ ਸਾਡੀ ਜਿੰਨੇ ਦਿਨਾਂ ਦੀ ਮੌਜ ਹੋਊ ਅਸੀਂ ਇੱਥੇ ਰੁਕਾਂਗੇ, ਤੂੰ ਅੱਜ ਤੋਂ ਬਾਅਦ ਸਾਨੂੰ ਨਹੀਂ ਕਹਿਣਾ ਭੁੱਖ ਲੱਗੀ ਹੈ। ਹੁਣ ਭਾਈ ਮਰਦਾਨਾ ਫਿਰ ਪਰੇਸ਼ਾਨ ਵੀ ਜੇ ਇਹਨਾਂ ਦੀ ਗੱਲ ਮੰਨਦਾ ਮੈਂ ਫੇਰ ਮਰਿਆ, ਨਹੀਂ ਮੰਨਦਾ ਮਰਿਆ ਮਰ ਗਈਆਂ ਆਖੋ ਸਤਨਾਮ। ਭੁੱਖੇ ਮਰਨ ਵਾਲੇ ਕੰਮ ਹੈ। ਜੇ ਜਾਉਂ ਤੇ ਰੱਜ ਕੇ ਮਰੂੰਗਾ, ਤੇ ਦੋਨੇ ਪਾਸੇ ਮਰਾਉਣ ਨੂੰ ਫਿਰਦੇ ਮੈਨੂੰ। ਬੜੀ ਚਿੰਤਾ ਸਿਰ ਫੜ ਕੇ ਬਹਿ ਗਿਆ। ਉਹ ਕਹਿੰਦਾ ਰੱਬਾ ਮੇਰਿਆ ਤੇਰੇ ਨਾਲ ਰਹਿ ਕੇ ਮੈਨੂੰ ਤੇਰਾ ਭੇਜ ਨਹੀਂ ਆਇਆ। ਆਖੋ ਸਤਨਾਮ। ਹੱਥ ਜੋੜਦੇ ਭਾਈ ਮਰਦਾਨਾ ਜੀ ਨੇ, ਰੱਬਾ ਮੇਰਿਆ ਤੈਨੂੰ ਯੋਗੀ ਜਤੀ ਤਪਸਵੀ ਤਪੀਸਰ ਕਿਵੇਂ ਸਮਝਣਗੇ? ਮੈਂ ਜ਼ਿੰਦਗੀ ਤੇਰੇ ਨਾਮ ਲਾਤੀ, ਤੇਰੇ ਨਾਲ ਹਰ ਪਲ ਰਹਿਣਾ ਏ, ਮੈਨੂੰ ਤੇਰੇ ਚੋਜਾਂ ਨਾਲ ਨਹੀਂ ਪਤਾ। ਚੋਜੀ ਹੋ ਤੁਸੀਂ, ਬੇਪਰਵਾਹ ਹੋ ਕੀ ਖੇਡਾਂ ਖੇਡਦੇ ਹੋ। ਔਰ ਦਿਸ਼ ਮੁਖ ਕਰ ਮੈਂ ਨ ਸਿਧਾਰੂ, ਮਾਰਿਓ ਚਾਹੋ ਆਪ ਤੁਮ ਮਾਰੂ। ਗੁਰੂ ਸਾਹਿਬ ਨਾਲ ਫਿਰ ਉਹ ਨਗਰ ਵਾਲੇ ਪਾਸੇ ਮੂੰਹ ਕਰਕੇ ਬੈਠ ਗਏ, ਜਿੱਧਰ ਸੰਘਣਾ ਜੰਗਲ ਦਿਸਦਾ ਸੀ। ਮਰਦ ਕਹਿੰਦੇ ਫਿਰ ਮੂੰਹ ਤੇ ਉਧਰ ਨੂੰ ਕਰ ਲਾ। ਕਹਿੰਦਾ ਨਾ ਮਰਦ ਮੈਂ ਇਸ ਇਲਾਕੇ ਨੂੰ ਪਿੱਠ ਕਰਕੇ ਬਹਿਣਾ, ਮੈਂ ਮੂੰਹ ਵੀ ਨਹੀਂ ਕਰਦਾ। ਮੈਨੂੰ ਪਤਾ ਹੈ ਜੇ ਮੈਂ ਮੂੰਹ ਕਰ ਲਿਆ ਸਾਹਮਣੇ ਕੋਈ ਆ ਗਿਆ ਕਮਜ਼ੋਰਾ ਜਾਂ ਮੈਂ ਮੈਥੋਂ ਭੱਜਿਆ ਨਹੀਂ ਜਾਣਾ, ਤੁਸੀਂ ਤੇ ਮਰਵਾਉਣਾ ਹੀ ਆ। ਆਖੋ ਸਤਨਾਮ। ਮਰਦ ਕਹਿੰਦੇ ਨਹੀਂ ਮਰਦਾਨਿਆ ਸਾਡੇ ਹੁੰਦੇ ਤੈਨੂੰ ਕੌਣ ਮਾਰ ਦੂ। ਹਾਥੀ ਜੋੜੇ, ਕਹਿੰਦਾ ਬਾਬਾ ਤੇਰੇ ਚਰਨ ਕਿੱਥੇ, ਰਬਾਬ ਵਜਾਵਾਂ, ਕੋਈ ਬਾਣੀ ਆਈ ਹੈ, ਕੋਈ ਸ਼ਬਦ ਸੁਣਾ ਦਿਓ। ਸਤਿਗੁਰ ਕਹਿੰਦੇ ਨਹੀਂ ਮਰਦਾਨਿਆ ਨਗਰ ਵਾਲੇ ਪਾਸੇ ਮੂੰਹ ਕਰਕੇ ਤੇ ਵੇਖ, ਕੁਦਰਤ ਦੇ ਕਿੰਨੇ ਸੋਹਣੇ ਜੰਗਲ ਬਣਾਏ, ਕਿੰਨੇ ਵੱਡੇ ਪਹਾੜ। ਕਹਿੰਦਾ ਮੈਨੂੰ ਪਤਾ ਇਹਨਾਂ ਪਹਾੜਾਂ 'ਚ ਮੇਰੀ ਮੌਤ ਲੱਗੀ ਹੈ, ਮੈਂ ਚਾਹ ਕੇ ਵੀ ਉਸ ਪਾਸੇ ਜਾਣਾ ਨਹੀਂ। ਇਸ ਪ੍ਰਕਾਰ ਕੇ ਬਚਨ ਬਿਲਾਸਾ, ਕਰਤ ਹੋਤੇ ਸੰਤਨ ਸੁਖ ਰਸਾ। ਇੱਧਰ ਸਤਿਗੁਰ ਬਚਨ ਵਿਲਾਸ ਕਰਦੇ ਸੀ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ, ਜਿਹਨੂੰ ਆਪਾਂ ਕਹਿੰਦੇ ਨੇ ਹਾਸਾ ਠੱਠਾ ਮਖੌਲ ਮਿੱਤਰ ਮਿੱਤਰਾਂ ਨਾਲ ਕਰ ਲੈਂਦੇ ਆ, ਸਾਧੂ ਵੀ ਕਰਦੇ ਆ। ਅਚਲ ਚੇਤ ਕਹਿੰਦੇ ਤੇਜ ਨੇਰੀ ਚੱਲ ਪਈ। ਜਿੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਮੁੱਖ ਸੀ ਭਾਈ ਮਰਦਾਨੇ ਦੀ ਪਿੱਠ ਹੈ, ਕਹਿੰਦੇ ਵੱਡੇ ਪਹਾੜ ਦੀ ਚੋਟੀ ਗਿਰ ਗਈ, ਚੋਟੀ ਸਿਖਰ ਦਾ ਡਿੱਗ ਪਿਆ। ਆਵਾਜ਼ ਆਈ ਹੈ, ਪੱਥਰ ਟੁੱਟਦੇ ਆ, ਪਹਾੜ ਟੁੱਟ ਰਹੇ ਆ, ਏਦਾਂ ਲੱਗਦਾ ਜਿਵੇਂ ਭੁਚਾਲ ਆਇਆ ਹੋਵੇ। ਮਰਦ ਕਹਿੰਦੇ ਵੇਖ ਮਰਦਾਨਿਆ ਕੀ, ਕਹਿੰਦਾ ਅਸਾਂ ਨਹੀਂ ਪਿੱਛੇ ਵੇਖਣਾ। ਖੁਸਦ ਨਾਮ ਡਰਿਆ ਹੋਇਆ, ਘਬਰਾ ਗਿਆ ਭਾਈ ਮਰਦਾਨਾ। ਭਾਈ ਬਾਲਾ ਜੀ ਬੈਠੇ ਆ, ਗੁਰੂ ਸਾਹਿਬ ਨੇ ਰਸਨਾ ਤੋਂ 7 ਕਰਤਾਰ ਆਖਿਆ, ਇੱਕਦਮ ਮਾਹੌਲ ਬਦਲ ਗਿਆ ਏ। ਏਸ਼ਨ ਨਿਕਸਿਓ ਰਾਖਸ਼ ਰਾਜਾ,
ਵਹਿਰ ਨਗਰ ਤੇ ਲਿਏ ਸਮਾਜਾ। ਕਹਿੰਦੇ ਹਾਹਾਕਾਰ ਮਚ ਗਈ, ਰਾਖਸ਼ਾਂ ਦੀਆਂ ਆਵਾਜ਼ਾਂ, ਹੁਣ ਰਾਖਸ਼ ਭੂਤਾਂ ਦੀ ਰਿਸ। ਗੁਰੂ ਸਾਹਿਬ ਕਹਿੰਦੇ ਬਾਲਿਆ ਕੀ ਕਰੀਏ ਭਾਈ, ਰਾਖਸ਼ ਆ ਗਈ। ਮਰਦਾਨੀ ਨੇ ਸੋਚਿਆ ਵੀ ਪਿੱਛੇ ਇੱਕ ਵਾਰ ਵੇਖਣਾ ਤੇ ਬਣਦਾ ਹੈ, ਕਿੰਨੇ ਗਨੇ ਕਿਹੋ ਜਿਹੇ ਨੇ। ਜਦੋਂ ਪਿੱਛੇ ਮੁੜ ਕੇ ਵੇਖਿਆ, ਕਹਿੰਦੇ ਰਾਖਸ਼ੀ ਰਾਖਸ਼ ਤੁਰੇ ਫਿਰਦੇ। ਉਹਨਾਂ ਰਾਖਸ਼ਾਂ ਦਾ ਇੱਕ ਰਾਜਾ ਮੁਖੀਆ, ਜਿਹਦਾ ਆਕਾਰ ਬਹੁਤ ਵੱਡਾ ਹੈ, ਸਤਿਗੁਰਾਂ ਦੇ ਨੇੜੇ ਬਹਿ ਗਿਆ। ਮਰਦ ਕਹਿੰਦੇ ਮਰਦਾਨਿਆ ਤੂੰ ਤੇ ਭਾਈ ਭੋਜਨ ਛਕਣ ਜਾਣਾ ਸੀ। ਕਹਿੰਦਾ ਬਾਬਾ ਟਾਪੂ ਛੱਡੋ, ਇੱਥੋਂ ਨਿਕਲੀਏ, ਆਖੋ ਸਤਿਨਾਮ। ਮੇਰੀ ਤੇ ਗੱਲ ਛੱਡੋ, ਇੱਥੇ ਤੁਸੀਂ ਵੀ ਬਚਣਾ ਨਹੀਂ। ਛੜਿਓ ਘੇਰ ਬਿਪਤ ਕੀ ਕਾਰਨ, ਸੰਗ ਬੜੋ ਰਾਖਸ਼ ਦਲ ਧਾਰਨ। ਭਾਈ ਮਰਦਾਨਾ ਡਰ ਕੇ ਕਹਿੰਦਾ ਸੱਚੇ ਪਾਤਸ਼ਾਹ ਨੂੰ, ਇਹ ਮਰਦ ਦਾ ਚੋਜ ਹੈ। ਕਹਿੰਦਾ ਬਾਬਾ ਅਸੀਂ ਬਚਣਾ ਹੀ ਨਹੀਂ, ਇਹ ਸਾਡੇ ਤੇ ਹਮਲਾ ਕਰਨਗੇ। ਮਰਦ ਕਹਿੰਦੇ ਰੰਗ ਕਰਤਾਰ ਦੇ ਵੇਖ ਮਰਦਾਨਿਆ, ਡਰਦਾ ਕਿਉਂ ਹੈ? ਕਹਿੰਦੀ ਉਹ ਜਿਹੜਾ ਰਾਖਸ਼ਾਂ ਦਾ ਰਾਜਾ ਸੀ, ਉਹ ਸ਼ਿਕਾਰ ਖੇਡਣ ਚੱਲਿਆ ਸੀ, ਉਹਦੇ ਨਾਲ ਹਜ਼ਾਰਾਂ ਰਾਖਸ਼ ਪਿੱਛੇ, ਤਿੱਖੀਆਂ ਤਲਵਾਰਾਂ ਹੱਥਾਂ 'ਚ ਫੜੀਆਂ, ਕਾਲੇ ਮੂੰਹ, ਕਾਲੇ ਰੂਪ, ਕਾਲੇ ਸਰੀਰ, ਵੱਡੇ ਵੱਡੇ ਕੱਦ ਪਹਾੜਾਂ ਤੋਂ ਵੱਡੇ। ਇਹ ਸੂਖਸ਼ਮ ਸ੍ਰਿਸ਼ਟੀਆਂ ਨੇ। ਭਾਈ ਮਰਦਾਨਾ ਜੀ ਨੂੰ ਕਹਿੰਦੇ ਖੂਨ ਖਾਰ ਲੱਗੀ ਜਾਣ, ਭਿਆਨਕ ਲੱਗੀ ਜਾਣ, ਵੇਖ ਵੇਖ ਕੇ ਡਰਦੇ ਹਨ। ਲਾਖ ਸਪਤ ਦਸ ਦੇਹ ਉਤੰਗਾ, ਵੱਡ ਕੋ ਰੂਪ ਜਨਮੇ ਚਕਰੰਗਾ। ਕਹਿੰਦੇ ਅਚਲ ਚੇਤ ਉਹ ਜਿੱਧਰ ਸਤਿਗੁਰ ਬੈਠੇ ਉਸ ਪਹਾੜੀ ਵਾਲੇ ਪਾਸੇ ਆ ਰਹੇ ਆ। ਉੱਚੇ ਲੰਬੇ ਕੱਦ, ਕਾਲੇ ਮੂੰਹ, ਆਕਾਰ ਵੱਡੇ, ਵੱਡੇ ਵੱਡੇ ਦੰਦ। ਕਹਿੰਦੇ ਭਾਈ ਮਰਦਾਨਾ ਵੇਖ ਕੇ ਡਰ ਗਿਆ। ਕਹਿੰਦਾ ਬਾਬਾ ਜੀ ਭੁੱਖ ਦੀ ਤੇ ਗੱਲ ਛੱਡੋ, ਪਹਿਲਾਂ ਮੰਗਦਾ ਮਾਫੀ, ਚਲੋ ਇੱਥੋਂ ਚੱਲੀਏ। ਇਹ ਬਲਾ ਏ ਕੋਈ? ਮਰਦ ਕਹਿੰਦੇ ਬਲਾ ਨਹੀਂ ਮਰਦਾਨਿਆ, ਰਾਖਸ਼ ਨੇ। ਪਾਤਸ਼ਾਹ ਇੱਧਰ ਕਿਉਂ ਆਉਂਦੇ ਆ? ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਸ਼ਿਕਾਰ ਨਹੀਂ ਕੋਈ ਮਿਲਿਆ, ਆਪਾਂ ਨੂੰ ਬਣਾਉਣਗੇ, ਆਖੋ ਸਤਿਨਾਮ। ਸਭਾ ਸਮਾਪਤ ਹੈ ਜੀ। ਰਾਖਸ਼ਾਂ ਨੇ ਗੁਰੂ ਨਾਨਕ ਸਾਹਿਬ ਉੱਤੇ ਹਮਲਾ ਕਰਨਾ ਹੈ। ਇੱਕ ਨਹੀਂ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਰਾਖਸ਼ ਆਪਣੇ ਮੁਖੀਏ ਦੇ ਪਿੱਛੇ ਤੁਰੇ ਆਉਂਦੇ ਨੇ। ਪਰ ਜਦੋਂ ਨਾ ਸਤਿਗੁਰਾਂ ਵੱਲ ਵੇਖ ਲਿਆ, ਉਹ ਹੋਰ ਭਿਆਨਕ ਹੋ ਗਏ ਵੀ ਆ ਤੇ ਮਨੁੱਖਾ ਸਰੀਰ ਮਿਲ ਗਿਆ, ਅੱਜ ਮਾਸ ਖਾਵਾਂਗੇ। ਹੋਰ ਪ੍ਰਬਲ ਹੋ ਗਏ। ਸਮਾਂ ਹੋ ਗਿਆ, ਜਿਵੇਂ ਜਿਵੇਂ ਮਰਦ ਚੋਜ ਵਰਤਾਉਣਗੇ, ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।